प्रिथमै सास न मास सन अंध तुंद कश खबर न पाई। हर रक्त बिंद की देह रच पांच तत्त की जड़त जड़ाई। जिहड़ा पुराने पंजाबी ਸਾਹਿਤ ਨੂੰ ਜਾਂ ਧਾਰਮਿਕ ਸਾਹਿਤ ਨੂੰ ਲਿਖਣ ਦਾ ਇੱਕ ਤਰੀਕਾ ਹੁੰਦਾ ਹੈ, ਉਹਦੇ ਵਿੱਚ ਪਹਿਲਾ ਤਰੀਕਾ ਇਹੀ ਸੀ ਜੋ ਅਸੀਂ ਕੱਲ੍ਹ ਵਿਚਾਰਿਆ ਹੈ ਕਿ ਆਪਣੇ ਇਸ਼ਟ ਨੂੰ याद किया जाता है। नमस्कार गुरुदेव को सतनाम जिस मंत्र सुनाया। ਉਹਦੇ ਤੋਂ ਬਾਅਦ ਕੁਝ ਰਚਨਾਵਾਂ ਸਾਡੇ ਕੋਲ ਇੱਦਾਂ ਦੀਆਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਗੱਲ ਭਾਵੇਂ ਕਿਸੇ ਦੀ ਵੀ ਕਰਨੀ ਹੋਵੇ, ਪਰ ਪਹਿਲਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਜੋ ਸੰਸਾਰ ਸਾਡੇ ਸਾਹਮਣੇ ਹੈ ਇਹਦੀ ਉਤਪਤੀ ਦੀ ਗੱਲ ਕੀਤੀ ਜਾਂਦੀ ਹੈ, ਇਹਦੀ ਪੈਦਾਇਸ਼ ਦੀ ਗੱਲ ਕੀਤੀ ਜਾਂਦੀ ਹੈ। जपजी साहिब दे विच असीं इस गल नूं पढ़दे हाँ, थित वार ना जोगी जाने रुत माह ना कोई, जा करता सिरठी को साजे आपे जाने सोई। इस गल दे बारे मालिक नूं ही पता है भी सृष्टि कदों बनी, किवें बनी। इहदे बारे बाकियां दे कोल सिर्फ अंदाजे ने, बाकियां दे कोल सिर्फ एक क्यास ने भी इदां होया होवेगा। इस करके पैदाइश दे ਆਪਾਂ ਜੇ ਸਾਇੰਸ ਵਾਲੇ ਪਾਸੇ ਤੋਂ ਵੇਖਦੇ ਹਾਂ, ਧਰਮ ਵਾਲੇ ਪਾਸੇ ਤੋਂ ਵੇਖਦੇ ਹਾਂ, ਤਾਂ ਹਰ ਇੱਕ ਨੇ ਆਪਣੇ ਆਪਣੇ ਖਿਆਲ ਦਿੱਤੇ ਨੇ ਵੀ ਸ਼ਾਇਦ ਸੰਸਾਰ ਇੱਕਦਮ ਪੈਦਾ ਹੋ ਗਿਆ, ਜਿਹਨੂੰ ਬਿਗ ਬੈਂਗ ਦੀ ਗੱਲ ਕਰਦੇ ਨੇ। ਮਹਾਰਾਜ ਜੀ ਨੇ ਉਹਦਾ ਵੀ ਖਿਆਲ ਬੋਲਿਆ ਹੈ। ਕਹਿਣ ਦਾ ਭਾਵ ਸਿਰਫ ਇੰਨਾ ਕੁ ਹੈ ਕਿ ਅਸਲੀਅਤ ਮਾਲਕ ਜਾਣਦਾ ਹੈ, ਪਰ ਉਹਨੂੰ ਬੰਦਿਆਂ ਨੇ ਆਪਣੀ ਬੁੱਧੀ ਦੇ ਅਨੁਸਾਰ, ਆਪਣੀ ਅਕਲ ਦੇ ਅਨੁਸਾਰ ਬੋਲਣ ਦੀ ਗੱਲ ਕੀਤੀ ਹੈ। ਹੁਣ ਜਦੋਂ ਭਾਈ ਗੁਰਦਾਸ ਸਾਹਿਬ ਨੇ ਵਿਚਾਰ ਸ਼ੁਰੂ ਕੀਤੀ ਹੈ ਤੇ ਬਿਲਕੁਲ ਉਸੇ ਹੀ ਤਰੀਕੇ ਦੇ ਨਾਲ ਸੰਸਾਰ ਦੀ ਉਤਪਤੀ ਦੇ ਜਿਹੜੇ ਖਿਆਲ ਪ੍ਰਚਲਿਤ ਨੇ ਉਹਨਾਂ ਖਿਆਲਾਂ ਨੂੰ ਲਿਆ ਹੋਇਆ ਹੈ ਤੇ ਇੱਥੋਂ ਫਿਰ ਉਹਨਾਂ ਨੇ ਵਿਚਾਰ ਆਰੰਭ ਕੀਤੀ ਹੈ। ਸਮਝ ਲਓ ਵੀ ਪੈਦਾਇਸ਼ ਦੀ ਸ਼ੁਰੂਆਤ ਹੈ। ਜਿੱਦਾਂ ਆਪਾਂ ਕਿਸੇ ਦੇ ਕੋਲ ਜਾਂਦੇ ਹਾਂ ਤੇ ਪਹਿਲਾਂ ਉਹਨੂੰ ਆਪਣੀ ਬੋਲੀ ਦੇ ਵਿੱਚ ਕੋਈ ਫਤਿਹ ਜਾਂ ਜਿਹੜਾ ਵੀ ਸ਼ਬਦ ਹੁੰਦਾ ਹੈ ਉਹ ਸ਼ੁਰੂ ਕਰਦੇ ਹਾਂ, ਫਿਰ ਆਪਣੀ ਗੱਲ ਸ਼ੁਰੂ ਕਰਦੇ ਹਾਂ। ਜੋ ਪਹਿਲੀ ਪੌੜੀ ਸੀ ਉਹ ਡੰਡੌਤ ਸੀ, ਮੰਗਲ ਸੀ, ਮੂਲ ਮੰਤਰ ਸੀ। ਹੁਣ ਇੱਥੋਂ ਜਿਹੜੀ ਹੈ ਉਹ ਗੱਲ ਸ਼ੁਰੂ ਹੋ ਗਈ ਹੈ। ਗੱਲ ਜਿਹੜੀ ਸ਼ੁਰੂ ਹੋਈ ਹੈ ਉਹ ਇਹ ਹੈ ਜਗਤ ਦੀ ਉਤਪਤੀ, ਜਗਤ ਦੀ ਪੈਦਾਇਸ਼। ਸ਼ਬਦ ਵੇਖੋ, ਪ੍ਰਿਥਮੈ ਸਾਸ ਨਾ ਮਾਸ ਸਨ ਅੰਧ ਧੁੰਦ ਕਸ਼ ਖਬਰ ਨਾ ਪਾਈ। ਮਤਲਬ ਇੱਕ ਟਾਈਮ 'ਤੇ ਪੈਦਾਇਸ਼ ਦਾ ਇਹ ਹੈ ਨਾ, ਇੱਕ ਟਾਈਮ 'ਤੇ ਸੰਸਾਰ ਦਾ ਇਹ ਹੈ ਜਿਹਦੇ ਵਿੱਚ ਜੋ ਕੁਝ ਹੁਣ ਸਾਨੂੰ ਨਜ਼ਰ ਆ ਰਿਹਾ ਹੈ, ਜਿੱਥੇ ਅਸੀਂ ਬੈਠਦੇ ਹਾਂ ਜਾਂ ਸਾਡੇ ਤੋਂ ਪਹਿਲਾਂ ਵੀ ਆਹ ਜਿਹੜੀ ਦੁਨੀਆ ਮੌਜੂਦ ਹੈ, ਕਾਇਮ ਹੈ, ਇਹ ਕੁਝ ਵੀ ਨਹੀਂ ਸੀ। ਔਰ ਗੁਰਬਾਣੀ ਨੇ ਬਹੁਤ ਥਾਵਾਂ ਦੇ ਉੱਤੇ ਇਹਦਾ ਹਵਾਲਾ ਬੋਲਿਆ ਹੈ, ਬਹੁਤ ਥਾਵਾਂ ਦੇ ਉੱਤੇ ਇਹਦੇ ਬਾਰੇ ਬੋਲਿਆ ਹੈ, ਜਿਹਦੇ ਵਿੱਚੋਂ ਅਸੀਂ ਸੁਖਮਨੀ ਸਾਹਿਬ ਦੀ ਹੀ ਵਿਚਾਰ ਪੜ੍ਹ ਕੇ ਹਟੇ ਹਾਂ। ਤੇ ਹਜ਼ੂਰ ਕਹਿੰਦੇ ਨੇ ਜਬ ਆਕਾਰ ਇਹ ਕਸ਼ ਨਾ ਦ੍ਰਿਸ਼ਟੇਤਾ। ਇਹ ਸਾਰਾ ਕੀ ਹੈ? ਆਕਾਰ ਹੀ ਤੇ ਹੈ, ਸਾਈ ਜੀ ਤੇ ਹੈ ਸਾਡੇ ਸਾਹਮਣੇ। ਕੋਈ ਵੱਡੀਆਂ ਚੀਜ਼ਾਂ ਨੇ, ਕੁਝ ਛੋਟੀਆਂ ਨੇ, ਪਰ ਇੱਕ ਟਾਈਮ ਇੱਦਾਂ ਦਾ ਹੈ ਜਦੋਂ ਇਹ ਕੁਝ ਵੀ ਨਹੀਂ ਸੀ। ਜਬ ਆਕਾਰ ਇਹ ਕਸ਼ ਨਾ ਦ੍ਰਿਸ਼ਟੇਤਾ। ਉਹਨੂੰ ਫਿਰ ਮਹਾਰਾਜ ਜੀ ਨੇ ਇੱਦਾਂ ਵੀ ਬੋਲਿਆ ਹੈ, ਅਰਬਦ ਨਰਬਦ ਧੁੰਦੂ ਕਾਰਾ ਧਰਣ ਨਾ ਗਗਨਾ ਹੁਕਮ ਅਪਾਰਾ। ਧਰਤੀ ਵੀ ਨਹੀਂ। ਇਹ ਤਾਂ ਸਾਇੰਸ ਨੇ ਵੀ ਇਸ ਗੱਲ ਨੂੰ ਬੋਲਿਆ, ਜਿੱਦਾਂ ਇੱਕ ਖਿਆਲ ਪ੍ਰਚਲਿਤ ਕੀਤਾ ਹੈ ਕਿ ਹਾਂ ਧਰਤੀ ਕੀ ਹੈ? ਇੱਕ ਸੂਰਜ ਦਾ ਟੁਕੜਾ। ਅਤੇ ਉਹ ਲੱਖਾਂ ਸਾਲਾਂ ਦੇ ਪ੍ਰੋਸੈਸ ਤੋਂ ਬਾਅਦ ਇਸ ਰੂਪ ਦੇ ਵਿੱਚ ਪਹੁੰਚੀ ਹੋਈ ਹੈ। ਕਿੰਨੇ ਸਾਲ ਲੱਗੇ, ਗਿਣਤੀ ਹੀ ਨਹੀਂ ਕੋਈ। ਇਹ ਸਾਡੀਆਂ ਸਕੂਲਾਂ ਦੀਆਂ ਪੜ੍ਹਾਈਆਂ ਜੋ ਸਾਨੂੰ ਪੜ੍ਹਾਇਆ ਜਾਂਦਾ ਹੈ। ਇਹਦਾ ਮਤਲਬ ਹੈ ਵੀ ਜੇ ਧਰਤੀ ਇੱਕ ਦਿਨ ਪੈਦਾ ਹੁੰਦੀ ਹੈ ਤਾਂ ਧਰਤੀ ਦੇ ਉੱਤੇ ਰਹਿਣ ਵਾਲੇ ਜੀਵ ਇੱਕੋ ਦਿਨ ਦੇ ਵਿੱਚ ਪੈਦਾ ਨਹੀਂ ਹੋਏ। ਇਹ ਲੱਖਾਂ ਸਾਲਾਂ ਦਾ ਵਿਸਥਾਰ ਹੈ ਇਹਦਾ। ਜੇ ਉਹਨੂੰ ਓਰੀਜਨ ਆਫ ਸਪੀਸੀਜ਼ ਦੇ ਹਿਸਾਬ ਦੇ ਨਾਲ ਵੇਖੀਏ, ਜਿਹਨੂੰ ਡਾਰਵਿਨ ਕਹਿੰਦਾ ਵੀ ਵਿਕਾਸ ਦਾ ਸਿਧਾਂਤ ਹੈ, ਵਿਕਾਸ ਹੋਇਆ ਹੈ ਹੌਲੀ ਹੌਲੀ। ਭਾਈ ਗੁਰਦਾਸ ਸਾਹਿਬ ਨੇ ਉਸ ਰੂਟ ਦੀ ਗੱਲ ਕੀਤੀ ਹੈ, ਪ੍ਰਿਥਮੈ ਸਾਸ ਨਾ ਮਾਸ ਸਨ। ਜਦੋਂ ਨਾ ਤੇ ਕੋਈ ਸਾਹ ਸੀ, ਮਤਲਬ ਸਾਹ ਲੈਣ ਵਾਲੇ, ਇੱਦਾਂ ਕਹਿ ਲਈਏ ਵੀ ਹਵਾ ਦੀ ਵੀ ਹੋਂਦ ਨਹੀਂ। ਜਦੋਂ ਸਭ ਤੋਂ ਪਹਿਲਾਂ ਅੱਜ ਕੱਲ੍ਹ ਇਹਨਾਂ ਨੂੰ ਜ਼ਿਆਦਾ ਸਮਝਣਾ ਹੋਵੇ ਨਾ ਤਾਂ ਉਹ ਇਸ ਗੱਲ ਤੋਂ ਬੜੀ ਹੈਲਪ ਮਿਲ ਸਕਦੀ ਹੈ। ਜਿੱਦਾਂ ਅਸੀਂ ਕਿਤੇ ਕਿਤੇ ਖਬਰਾਂ ਵੇਖਦੇ ਹਾਂ, ਮੰਗਲ ਗ੍ਰਹਿ ਦੀਆਂ ਖਬਰਾਂ ਸਾਨੂੰ ਆਉਂਦੀਆਂ ਨੇ ਵੀ ਉੱਥੇ ਕਿਹੜੀ ਕਿਹੜੀ ਚੀਜ਼ ਲੱਭੀ ਜਾ ਰਹੀ ਹੈ। ਕਿਉਂ ਲੱਭੀ ਜਾ ਰਹੀ ਹੈ? ਵੀ ਉੱਥੇ ਮਨੁੱਖ ਦਾ ਜੀਵਨ
ਕਿਵੇਂ ਉੱਥੇ ਸਸਟੇਨ ਹੋ ਸਕਦਾ ਹੈ, ਵੀ ਕਿੱਦਾਂ ਬੰਦਾ ਉੱਥੇ ਰਹਿ ਸਕਦਾ ਹੈ ਜਾ ਕੇ। ਉਹ ਚੀਜ਼ਾਂ ਲੱਭੀਆਂ ਜਾਂਦੀਆਂ ਨੇ ਜਿਹੜੀਆਂ ਬੇਸਿਕ ਨੇ। ਉਹ ਜਿੱਥੇ ਜਿੱਥੇ ਉਹਨਾਂ ਨੂੰ ਚੀਜ਼ ਲੱਭਦੀ ਹੈ ਵੀ ਹਾਂ ਆਹ ਚੀਜ਼ ਹੋ ਸਕਦੀ ਹੈ, ਉੱਥੇ ਹੈ, ਉਹਨਾਂ ਨੂੰ ਫਿਰ ਬੜਾ ਮਾਣ ਜਿਹਾ ਹੁੰਦਾ ਵੀ ਹਾਂ ਵੀ ਮਨੁੱਖ ਉੱਥੇ ਜਾ ਕੇ ਰਹਿ ਸਕਦਾ ਹੈ। ਸਮਝ ਲਓ ਵੀ ਉਹਨੂੰ ਇੱਦਾਂ ਹੀ ਆਪਣੇ ਗ੍ਰਹਿ ਦੇ ਨਾਲ ਸੋਚ ਕੇ ਵੇਖੀਏ, ਜਿੱਥੇ ਅਸੀਂ ਬੜੇ ਸਹਿਜ ਦੇ ਨਾਲ ਰਹਿ ਰਹੇ ਹਾਂ, ਇੱਕ ਟਾਈਮ ਇੱਥੇ ਵੀ ਇੱਦਾਂ ਦਾ ਹੀ ਹੋਵੇਗਾ। ਸਾਡਾ ਵਿਸ਼ਾ ਇਹ ਨਹੀਂ ਹੈ ਵੀ ਇੱਦਾਂ ਦਾ ਹੈ ਸੀ ਜਾਂ ਨਹੀਂ ਸੀ, ਇਹ ਸਾਡਾ ਵਿਸ਼ਾ ਨਹੀਂ ਹੈ। ਪਰ ਇੱਕ ਸਿਰਫ ਗੱਲ ਲਈ ਹੈ ਵੀ ਇੱਕ ਸਮਾਂ ਉਹ ਹੈ ਜਦੋਂ ਨਾ ਤੇ ਸਾਹ ਹੈ, ਭਾਵ ਕਿ ਹਵਾ ਹੀ ਨਹੀਂ, ਤੇ ਨਾ ਮਾਸ ਹੈ, ਆ ਪੁਤਲੇ ਵੀ ਨਹੀਂ, ਜੋ ਆਕਾਰ ਸਾਡੇ ਸਾਹਮਣੇ ਆਉਂਦੇ ਨੇ ਅੰਧ ਧੁੰਦ। ਫਿਰ ਉਦੋਂ ਹੈ ਕੀ ਹੈ? ਨਾ ਆਕਾਰ ਹੈ, ਨਾ ਹਵਾ ਹੈ, ਤੇ ਸਿਰਫ ਇੱਕ ਧੁੰਦ ਹੈ। ਧੁੰਦ ਦਾ ਮਤਲਬ ਇੱਦਾਂ ਸਮਝ ਲਈਏ, ਇਹਨੂੰ ਵੀ ਬੜਿਆਂ ਧਰਮਾਂ ਨੇ ਬੜੇ ਖਿਆਲ ਦੇ ਨਾਲ ਬੋਲਿਆ ਹੈ। ਜਿੱਥੇ ਚਾਨਣ ਨਹੀਂ ਹੋਵੇਗਾ ਉੱਥੇ ਕੀ ਹੋਵੇਗਾ? ਹਨੇਰਾ ਹੋਵੇਗਾ। ਸਿਰਫ ਸਮਝਿਆ ਜਾ ਸਕਦਾ ਹੈ। ਹਨੇਰੇ ਦਾ ਆਪਣੇ ਆਪ ਦੇ ਵਿੱਚ ਕੁਝ ਵੀ ਵਜੂਦ ਨਹੀਂ ਹੈ। ਹਨੇਰਾ ਕੁਝ ਵੀ ਨਹੀਂ ਹੈ, ਪਰ ਚਾਨਣ ਨਾ ਹੋਵੇ ਤੇ ਫਿਰ ਹਨੇਰਾ ਹੈ। ਉਹਨੂੰ ਇੱਕ ਸ਼ਬਦ ਵਰਤਿਆ ਜਾਂਦਾ ਹੈ ਧੁੰਦ, ਜੋ ਹੈ ਤੇ ਸਹੀ, ਜੋ ਲੱਗਦਾ ਤੇ ਹੈ ਪਰ ਹੁੰਦਾ ਕੁਝ ਵੀ ਨਹੀਂ। ਸਰਦੀਆਂ ਦੇ ਵਿੱਚ ਇੱਕ ਸ਼ਬਦ ਹੈ ਜਿਹਨੂੰ ਧੁੰਦ ਪੈਣੀ ਕਹਿ ਦਿੰਦੇ ਨੇ ਵੈਸੇ ਕਈਆਂ ਥਾਵਾਂ ਦੇ ਉੱਤੇ। ਉਹਦਾ ਮਤਲਬ ਕੀ? ਸਾਨੂੰ ਇੰਝ ਲੱਗਦਾ ਵੀ ਵੇਖੋ ਜੀ ਅੱਗੇ ਤੇ ਨਜ਼ਰ ਨਹੀਂ ਕੁਝ ਆ ਰਿਹਾ, ਪਰ ਹੁੰਦਾ ਕੀ ਹੈ? ਬੰਦਾ ਤੁਰੀ ਜਾਵੇ ਤੇ ਵਿੱਚੋਂ ਦੀ ਆਰਾਮ ਦੇ ਨਾਲ ਨਿਕਲ ਸਕਦਾ ਹੈ। ਬਿਲਕੁਲ ਹੈ ਕੁਝ ਵੀ ਨਹੀਂ, ਪਰ ਕੁਝ ਨਾ ਕੁਝ ਹੋਂਦ ਲੱਗਦੀ ਹੈ ਉਹਦੀ। ਉਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਅੰਧ ਧੁੰਦ ਕਛ ਖਬਰ ਨਾ ਪਾਈ। ਉਹਦੇ ਬਾਰੇ ਤਾਂ ਕੁਝ ਸੋਚਿਆ ਵੀ ਨਹੀਂ ਜਾ ਸਕਦਾ। ਕੀ ਸੋਚ ਲਵਾਂਗੇ? ਜੇ ਅਸੀਂ ਸੋਚਾਂਗੇ ਵੀ ਤੇ ਹੋਣ ਵਾਲੀ ਅਕਲ ਦੇ ਹਿਸਾਬ ਦੇ ਨਾਲ ਸੋਚਾਂਗੇ ਵੀ ਧੁੰਦ ਇੱਦਾਂ ਦੀ ਹੋਵੇਗੀ, ਉਹਦੇ ਬਾਰੇ ਤਾਂ ਕੋਈ ਖਬਰ ਹੀ ਨਹੀਂ ਹੈ। ਫਿਰ ਥੋੜ੍ਹਾ ਜਿਹਾ ਸਮਾਂ ਬੀਤਦਾ ਹੈ, ਥੋੜ੍ਹਾ ਜਿਹਾ ਅੱਗੇ ਟਾਈਮ ਨਿਕਲਦਾ ਹੈ। ਰਕਤ ਬਿੰਦ ਕੀ ਦੇਹ ਰਚ, ਪਾਂਚ ਤਤ ਕੀ ਜੜਤ ਜੜਾਈ। ਫਿਰ ਕਹਿੰਦੇ ਨੇ ਵੀ ਸਰੀਰਾਂ ਦੀ ਹੋਂਦ ਪੈਦਾ ਹੋਣੀ ਸ਼ੁਰੂ ਹੋ ਗਈ, ਮਨੁੱਖਤਾ ਦੀ ਹੋਂਦ ਸ਼ੁਰੂ ਹੋ ਗਈ। ਉਹਦੇ ਵਿੱਚ ਦੋ ਕਾਰਨ ਸਭ ਤੋਂ ਪਹਿਲਾਂ ਬਣਦੇ ਨੇ, ਇੱਕ ਰਕਤ ਤੇ ਇੱਕ ਬਿੰਦ। ਪਿਤਾ ਦਾ ਬਿੰਦ ਤੇ ਮਾਤਾ ਦਾ ਖੂਨ, ਜਿਹਦੇ ਤੋਂ ਇਹ ਸਾਡੀ ਪੈਦਾਇਸ਼ ਸ਼ੁਰੂ ਹੁੰਦੀ ਹੈ। ਰਕਤ ਬਿੰਦ ਕੀ ਦੇਹ ਰਚ, ਇਹ ਜਿਹੜੇ ਸਰੀਰ ਹੈ ਇਹ ਇਹਨਾਂ ਦੋਵਾਂ ਚੀਜ਼ਾਂ ਦਾ ਮੇਲ ਹੈ। ਇਹਦੇ ਤੋਂ ਵੱਧ ਵੀ ਹੋ ਸਕਦਾ ਹੈ, ਘੱਟ ਵੀ ਹੋ ਸਕਦਾ ਹੈ, ਇਹ ਮਤਲਬ ਨਹੀਂ ਹੈ ਇੱਥੇ। ਸਿਰਫ ਇੱਕ ਖਿਆਲ ਨੇ ਵੀ ਇਹ ਦੋ ਬੇਸਿਕ ਨੇ, ਬਾਕੀ ਇਹਨਾਂ ਦੇ ਅੰਤਰਗਤ ਅੱਗੇ ਕਿੰਨੀਆਂ ਵੀ ਆ ਸਕਦੀਆਂ ਵੀ ਸਰੀਰ ਦੇ ਵਿੱਚ ਕਿਹੜੇ ਕਿਹੜੇ ਤੱਤ ਨੇ, ਅਸੀਂ ਅੱਗੇ ਗੱਲ ਕਰਾਂਗੇ। ਸ਼ੁਰੂ ਇਹਦੇ ਤੋਂ ਹੀ ਹੁੰਦਾ ਹੈ। ਰਕਤ ਬਿੰਦ ਕੀ ਦੇਹ ਰਚ, ਪਾਂਚ ਤੱਤ ਕੀ ਜੜਤ ਜੜਾਈ। ਦੇਹੀ ਰਚੀ ਹੈ ਤੇ ਇਹਦੇ ਵਿੱਚ ਪੰਜ ਤੱਤ ਹੋਰ ਜੜ ਦਿੱਤੇ ਨੇ। ਆਪਾਂ ਸਮਝਦੇ ਹੋਵਾਂਗੇ ਇਹ ਵਿਸ਼ਾ ਥੋੜ੍ਹਾ ਜਿਹਾ ਵੱਖਰਾ ਚੱਲੇਗਾ, ਮੈਂ ਪਹਿਲਾਂ ਬੇਨਤੀ ਕਰ ਦੇਵਾਂ, ਪਰ ਇਹਨੂੰ ਸਮਝ ਲੈਣਾ। ਸਾਡੇ ਸਰੀਰ ਦੇ ਬੜੀਆਂ ਕਮਾਲ ਦੀਆਂ ਗੱਲਾਂ ਇਸ ਪੌੜੀ ਦੇ ਵਿੱਚੋਂ ਸਾਨੂੰ ਮਿਲ ਜਾਣਗੀਆਂ। ਪੰਜ ਤੱਤ। ਸਾਡਾ ਸਰੀਰ ਮੁੱਖ ਤੌਰ ਦੇ ਉੱਤੇ ਜਿਹੜਾ ਇੰਡੀਅਨ ਕਲਚਰ ਹੈ ਉਹ ਪੰਜ ਤੱਤਾਂ ਨੂੰ ਮੰਨਦਾ ਹੈ ਵੀ ਪੰਜ ਭੂਤਕ ਸਰੀਰ ਹੈ। ਪੰਜ ਭੂਤ ਇਹਨਾਂ ਨੂੰ ਕਿਹਾ ਜਾਂਦਾ ਹੈ। ਹਵਾ, ਪਾਣੀ, ਮਿੱਟੀ, ਅਗਨੀ ਤੇ ਆਕਾਸ਼। ਇਹ ਪੰਜ ਤੱਤ ਨੇ ਜਿਹੜੇ ਸਾਡੀ ਬਾਡੀ ਦੇ ਅੰਦਰ ਨੇ। ਸਾਡੀ ਬਾਡੀ ਇਹਨਾਂ ਤੋਂ ਤਿਆਰ ਹੁੰਦੀ ਹੈ। ਪੰਜ ਤੱਤ ਕੀ ਜੜਤ ਜੜਾਈ। ਅਸੀਂ ਜਿੰਨੇ ਵੀ ਹਾਂ ਇਹਨਾਂ ਨੂੰ ਕਹਿ ਲਈਏ ਵੀ ਪੰਜ ਧਾਤਾਂ ਦੇ ਪੁਤਲੇ ਬੈਠੇ ਹਾਂ, ਅਸੀਂ ਪੰਜ ਧਾਤਾਂ ਵਾਲੇ ਹਾਂ। ਹਾਲਾਂਕਿ ਹੁਣ ਇੱਕ ਵਿਚਾਰ ਇਹ ਵੀ ਹੈ ਨਾ ਕਿ ਪਾਣੀ ਜਿਹੜਾ ਹੈ ਉਹ ਕਿਹਦੇ ਤੋਂ ਬਣਦਾ ਹੈ? ਹਾਈਡਰੋਜਨ ਤੇ ਆਕਸੀਜਨ ਤੋਂ ਬਣਦਾ ਹੈ। ਪਾਣੀ ਆਪ ਜਿਹੜਾ ਹੈ ਉਹ ਕੁਝ ਤੱਤਾਂ ਤੋਂ ਮਿਲ ਕੇ ਬਣਿਆ ਹੋਇਆ ਹੈ। ਪਾਣੀ ਪਹਿਲਾਂ ਤੱਤ ਮੰਨਿਆ ਜਾਂਦਾ ਰਿਹਾ ਹੈ, ਹੁਣ ਪਾਣੀ ਦੇ ਬਾਰੇ ਪਤਾ ਲੱਗ ਗਿਆ ਵੀ ਪਾਣੀ ਵੀ ਕੁਝ ਤੱਤਾਂ ਨੂੰ ਮਿਲ ਕੇ ਬਣਦਾ ਹੈ। ਐਲੀਮੈਂਟਸ ਵੱਧ ਸਕਦੇ ਨੇ ਕਿਉਂਕਿ ਸੂਖਮ ਤੋਂ ਸੂਖਮ ਚੀਜ਼ ਨੂੰ ਵੀ ਜਦੋਂ ਤੋੜਾਂਗੇ ਉਹ ਫਿਰ ਟੁੱਟ ਜਾਂਦੀ ਹੈ। ਪਰ ਉਸ ਵੇਲੇ ਦੀ ਜਿਹੜੀ ਵਿਚਾਰ ਹੈ ਉਹ ਇਹ ਕਹਿੰਦੀ ਹੈ ਵੀ ਪੰਜ ਤੱਤ ਜਿਹੜੇ ਨੇ ਉਹ ਸਰੀਰ ਦੀ ਹੋਂਦ ਦੇ ਵਿੱਚ ਆ ਗਏ, ਉਹਦੇ ਕਰਕੇ ਸਰੀਰ ਹੋਂਦ ਦੇ ਵਿੱਚ ਆ ਗਿਆ। ਪਾਂਚ ਤੱਤ ਕੀ ਜੜਤ ਜੜਾਈ। ਇਹ ਕਿਹੜੇ ਨੇ ਪੰਜ ਤੱਤ? ਉਹਨਾਂ ਨੇ ਬੋਲੇ ਪੌਣ, ਪਾਣੀ, ਬੈਸੰਤਰੋ, ਚੌਥੀ ਧਰਤੀ, ਸੰਗ ਮਿਲਾਈ। ਪੌਣ ਦਾ ਮਤਲਬ ਹਵਾ ਦਾ ਤੱਤ, ਪਾਣੀ ਦਾ ਤੱਤ, ਪਾਣੀ ਸਾਡੇ ਸਰੀਰ ਦੇ ਅੰਦਰ, ਬੈਸੰਤਰ ਅੱਗ ਸਾਡੇ ਸਰੀਰ ਦੇ ਅੰਦਰ, ਤੇ ਧਰਤੀ ਦਾ ਅੰਸ਼ ਸਾਡੇ ਸਰੀਰ ਦੇ ਅੰਦਰ, ਤੇ ਫਿਰ ਚੌਥੀ ਧਰਤੀ ਸੰਗ ਮਿਲਾਈ। ਇਹ ਚਾਰ ਗਿਣਤੀ ਹੋ ਗਈ ਹੈ ਜੀ। ਪੰਚਮ ਵਿੱਚ ਆਕਾਸ਼ ਕਰ। ਪੰਜਵਾਂ ਤੱਤ ਕੀ ਹੋ ਗਿਆ? ਆਕਾਸ਼ ਤੱਤ ਹੋ ਗਿਆ ਸਾਡੇ ਸਰੀਰ ਦੇ ਵਿੱਚ। ਕਰਤਾ ਛਟਮ ਅਦਿਸ਼ਟ ਸਮਾਈ। ਕਹਿੰਦੇ ਵੀ ਛੇਵਾਂ ਜਿਹੜਾ ਹੈ ਨਾ ਉਹ ਕਰਤਾ ਹੈ ਪਰ ਅਦ੍ਰਿਸ਼ਟ ਹੈ। ਇੱਥੇ ਛੇਵੇਂ ਦਾ ਮਤਲਬ ਇਹ ਨਹੀਂ ਵੀ ਉਹ ਇਹਨਾਂ ਪੰਜਾਂ ਤੱਤਾਂ ਤੋਂ ਬਾਅਦ ਹੈ। ਇੱਥੇ ਮਤਲਬ ਹੈ ਵੀ ਉਹ ਪੰਜ ਵੀ ਇਸ ਛੇਵੇਂ ਦੇ ਕਰਕੇ ਨੇ, ਪਰ ਕੀ ਹੈ
ਉਹ ਇਹਨਾਂ ਤੱਤਾਂ ਦੇ ਵਾਂਗੂ ਸਾਹਮਣੇ ਨਹੀਂ ਹੈ। ਇਹਨਾਂ ਤੱਤਾਂ ਦੇ ਵਾਂਗ ਇਹ ਨਹੀਂ ਆਪਾਂ ਕਹਿ ਸਕਦੇ ਵੀ ਜਿੱਦਾਂ ਇਹ 5 ਤੱਤ ਨਜ਼ਰ ਆ ਰਹੇ ਨੇ ਉਹ ਸਾਡੇ ਸਾਹਮਣੇ ਉਹ 6ਵਾਂ ਵੀ ਇੱਦਾਂ ਹੀ ਨਜ਼ਰ ਆ ਜਾਵੇਗਾ। ਕਰਤਾ ਛਟਮ ਅਦਿਸ਼ਟ ਸਮਾਈ, 6ਵਾਂ ਅਦ੍ਰਿਸ਼ਟ ਹੈ ਸਾਡੇ ਸਾਹਮਣੇ। ਤੇ ਫਿਰ ਨਾਲ ਕੀ ਗੱਲ ਕਰਦੇ ਨੇ, ਪੰਜ ਤੱਤ 25 ਗੁਣ ਛਤਰ ਮਿੱਤਰ ਮਿਲ ਦੇਹੀ ਬਣਾਈ। ਇਹ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੋਚ ਲਿਓ, ਇਸ ਗੱਲ ਨੂੰ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ ਕਿਉਂਕਿ ਬਹੁਤੀ ਵਾਰ ਇਹ ਗੱਲ ਕੀਤੀ ਨਹੀਂ ਜਾਂਦੀ। ਸੁਣਿਆ ਜੋਗ ਜੁਗਤ ਤਨ ਭੇਦ, ਮਰਦ ਕਹਿੰਦੇ ਜੇ ਨਾਮ ਨੂੰ ਸੁਣ ਲਿਆ ਜਾਵੇ ਨਾ ਤੇ ਜੋਗ ਦੀ ਜੁਗਤੀ ਤੇ ਤਨ ਵਿਚਲੇ ਭੇਦਾਂ ਦਾ ਪਤਾ ਲੱਗ ਜਾਂਦਾ ਹੈ ਵੀ ਸਾਡੇ ਸਰੀਰ ਦੇ ਵਿੱਚ ਹੈ ਕੀ ਹੈ। ਇਸ ਕਰਕੇ ਜਿੰਨੇ ਵੀ ਜਿਹੜੇ ਪੁਰਾਤਨ ਰਿਸ਼ੀ ਹੁੰਦੇ ਸੀ ਜਾਂ ਜਿਹੜੇ ਸਾਧਕ ਹੁੰਦੇ ਸੀ ਨਾ, ਉਹ ਜਦੋਂ ਸਮਾਧੀ ਲਗਾਉਂਦੇ ਸੀ ਤਾਂ ਉਹ ਵੇਖਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਵੀ ਅਸਲ ਦੇ ਵਿੱਚ ਇਹ ਹੈ ਕੀ ਹੈ। ਜਿੱਦਾਂ ਅੱਜ ਕੱਲ੍ਹ ਖੋਜਿਆ ਜਾਂਦਾ ਹੈ ਲੈਬ ਦੇ ਵਿੱਚ, ਅੱਜ ਕੱਲ੍ਹ ਖੋਜਿਆ ਜਾਂਦਾ ਲਾਇਬ੍ਰੇਰੀਆਂ ਦੇ ਵਿੱਚ, ਉਹ ਇਹਨਾਂ ਥਾਵਾਂ ਦੇ ਨਾਲੋਂ ਸਮਾਧੀ ਦੇ ਵਿੱਚ ਬੈਠ ਕੇ ਖੋਜਣ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਸੀ। ਕੌਣ ਗਲਤ ਹੈ ਕੌਣ ਸਹੀ ਹੈ ਸਾਡਾ ਇਹ ਮਸਲਾ ਹੀ ਨਹੀਂ, ਸਾਨੂੰ ਜਿਹਦੇ ਕੋਲੋਂ ਫਾਇਦਾ ਮਿਲ ਗਿਆ ਸੀ ਉਹਦੇ ਕੋਲੋਂ ਫਾਇਦਾ ਲੈ ਲੈਣਾ ਹੈ। ਉਹ ਆਪਣੇ ਅੰਦਰ ਨੂੰ ਜ਼ਿਆਦਾ ਖੋਜਦੇ ਸੀ। ਹੁਣ ਉਹਨਾਂ ਨੇ ਖੋਜ ਦੇ ਵਿੱਚੋਂ ਕੀ ਕੱਢਿਆ, ਜਦੋਂ ਉਹਨਾਂ ਨੇ ਖੋਜਿਆ ਸਰੀਰ ਨੂੰ, ਕਹਿੰਦੇ ਵੀ 5 ਤੱਤ ਨੇ ਜਿਹੜੇ ਅਸੀਂ ਪਿੱਛੇ ਵਿਚਾਰ ਲਏ ਨੇ, ਪਰ ਇਹਨਾਂ 5 ਤੱਤਾਂ ਦੇ ਅੱਗੇ 25 ਜਿਹੜੇ ਨੇ ਨਾ 25 ਉਹ ਇਹਨਾਂ ਦੇ ਸੁਭਾਅ ਨੇ। ਮਤਲਬ ਇੱਕ ਤੱਤ ਦੇ 5 ਸੁਭਾਅ ਨੇ। ਇਹ 25 ਸੁਭਾਅ ਅਸੀਂ ਸਾਰੇ ਹੀ ਆਪਣੇ ਅੰਦਰ ਲੈ ਕੇ ਚੱਲਦੇ ਹਾਂ, ਪਰ ਇਹ ਸਾਨੂੰ ਵੀ ਪਤਾ ਹੈ ਸਾਡੇ ਅੰਦਰ ਨਾ ਬੜੀਆਂ ਪ੍ਰਵਿਰਤੀਆਂ ਮੌਜੂਦ ਹੁੰਦੀਆਂ ਨੇ, ਬੜੀਆਂ ਸੋਚਾਂ ਮੌਜੂਦ ਹੁੰਦੀਆਂ ਨੇ, ਪਰ ਇੱਕ ਟਾਈਮ ਦੇ ਉੱਤੇ ਇੱਕੋ ਹੀ ਪ੍ਰਵਿਰਤੀ ਕੰਮ ਕਰਦੀ ਹੈ, ਇੱਕੋ ਹੀ ਸਾਨੂੰ ਲੈ ਕੇ ਅੱਗੇ ਤੋਰਦੀ ਹੈ ਸਾਰੀਆਂ ਸਾਡੇ ਅੰਦਰ। ਨਾਮ ਵੀ ਸਾਡੇ ਅੰਦਰ, ਵਾਸ਼ਨਾ ਵੀ ਸਾਡੇ ਅੰਦਰ, ਪਿਆਰ ਵੀ ਸਾਡੇ ਅੰਦਰ, ਬਿਮਾਰੀ ਵੀ ਸਾਡੇ ਅੰਦਰ ਹੈ, ਸਾਰਾ ਕੁਝ ਹੀ ਸਾਡੇ ਅੰਦਰ, ਪਰ ਇੱਕ ਟਾਈਮ ਦੇ 'ਤੇ ਇੱਕੋ ਹੀ ਅੱਗੇ ਆ ਰਹੀ ਹੁੰਦੀ ਹੈ। ਇੱਕ ਤੱਤ ਦੇ 5 ਗੁਣ ਹੁੰਦੇ ਨੇ, 5 ਸੁਭਾਅ ਹੁੰਦੇ ਨੇ। ਆਪ ਜੀ ਨੂੰ ਕਿਤੇ ਪੜ੍ਹਨ ਦਾ ਮੌਕਾ ਮਿਲੇ ਤੇ 25 ਪ੍ਰਕਿਰਤੀਆਂ ਦੇ ਬਾਰੇ ਪੜ੍ਹ ਕੇ ਵੇਖ ਲੈਣਾ ਵੀ 25 ਪ੍ਰਕਿਰਤੀਆਂ ਕੀ ਨੇ। ਪ੍ਰਕਿਰਤੀ ਦਾ ਮਤਲਬ ਹੁੰਦਾ ਹੈ ਨੇਚਰ, ਸੁਭਾਅ। ਮੈਂ ਆਪ ਜੀ ਦੇ ਅੱਗੇ ਸੰਖੇਪ ਜਿਹਾ ਰੱਖ ਦੇਵਾਂ। ਜੇਕਰ ਬੰਦੇ ਦੇ ਅੰਦਰ, ਵੈਸੇ ਮੈਂ ਫਿਰ ਕਹਿ ਦੇਵਾਂ ਕਿਉਂਕਿ ਥੋੜ੍ਹਾ ਜਿਹਾ ਸਮਝਾਉਣਾ ਮੇਰੀ ਤਾਂ ਬੇਨਤੀ ਹੀ ਹੈ, ਪਹਿਲੀ ਵਾਰ ਪੜ੍ਹਿਆ ਤੇ ਮੈਨੂੰ ਵੀ ਸਮਝ ਨਹੀਂ ਸੀ ਪੂਰਾ ਆਇਆ, ਅਤੇ ਪਹਿਲੀ ਵਾਰ ਦੱਸਾਂਗਾ ਤਾਂ ਥੋੜ੍ਹਾ ਜਿਹਾ ਔਖਾ ਹੋ ਜਾਵੇਗਾ। ਚਲੋ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਹਾਂ। ਅਸਲ ਦੇ ਵਿੱਚ 5 ਤੱਤਾਂ ਦੇ ਵਿੱਚੋਂ ਇੱਕ ਅੱਧਾ ਤੱਤ ਜਿਹੜਾ ਹੁੰਦਾ ਨਾ ਉਹ ਸਾਡੇ ਉੱਤੇ ਹਾਵੀ ਹੁੰਦਾ ਹੈ। 5 ਦੇ ਵਿੱਚੋਂ ਇੱਕ। ਤੁਸੀਂ ਵੇਖੋਗੇ ਕਈ ਬੰਦੇ ਬੜੇ ਫੁਰਤੀਲੇ ਹੁੰਦੇ ਨੇ ਅਤੇ ਕਈ ਬਿਲਕੁਲ ਹੀ ਆਲਸੀ ਹੁੰਦੇ ਨੇ। ਮਹਾਰਾਜ ਤੰਦਰੁਸਤੀ ਦੇਵੇ। ਕਈਆਂ ਬੰਦਿਆਂ ਦਾ ਸਾਰੀ ਜ਼ਿੰਦਗੀ ਜ਼ੁਕਾਮ ਖਹਿੜਾ ਨਹੀਂ ਛੱਡਦਾ। ਤੁਸੀਂ ਵੇਖ ਲਓ, ਬੜੀਆਂ ਦਵਾਈਆਂ ਖਾ ਕੇ ਵੇਖ ਲਈਆਂ, ਬੜਾ ਕੁਝ ਕਰਕੇ ਵੇਖ ਲਿਆ, ਨਹੀਂ ਠੀਕ ਹੋਏ। ਇੱਦਾਂ ਹੀ ਕਈ ਤੁਸੀਂ ਵੇਖੋਗੇ ਵੀ ਜਿਨ੍ਹਾਂ ਨੂੰ ਮਤਲਬ ਸਰੀਰ ਮਹਾਰਾਜ ਨੇ ਬੜੇ ਤਗੜੇ ਦੇ ਦਿੱਤੇ ਨੇ, ਬਾਕੀਆਂ ਦੇ ਮੁਕਾਬਲੇ ਉਹ ਬੜੀ ਚੀਜ਼ ਗਰੋਥ ਕਰ ਜਾਂਦੀ, ਉਹਨਾਂ ਦੀ ਬੋਡੀ ਬੜੀ ਗਰੋਥ ਕਰਦੀ ਹੈ। ਉਹਨੂੰ ਫਿਰ ਕੀ ਕਿਹਾ ਹੈ? ਜਦੋਂ ਬੰਦੇ ਦੇ ਅੰਦਰ ਆਕਾਸ਼ ਤੱਤ ਜ਼ਿਆਦਾ ਹੈ, ਆਕਾਸ਼ ਦਾ ਇੱਕ ਜਿਹੜਾ ਹੈ ਨਾ, ਆਕਾਸ਼ ਜੇ ਸਾਡੇ ਅੰਦਰ ਇਹ ਪ੍ਰਭਾਵ ਜ਼ਿਆਦਾ ਪਾਉਂਦਾ ਹੈ ਤੇ ਫਿਰ ਬੰਦੇ ਨੂੰ ਵੇਖਿਓ ਗੁੱਸਾ ਜ਼ਿਆਦਾ ਆਵੇਗਾ, ਲੋਭੀ ਵੀ ਬੰਦਾ ਹੋਵੇਗਾ, ਮੋਹ ਦੇ ਵਿੱਚ ਹੋਵੇਗਾ। ਇਹਨਾਂ 5 ਤੱਤਾਂ ਦੇ ਵਿੱਚੋਂ ਕੁਝ ਕੁ ਤੱਤ ਇੱਦਾਂ ਦੇ ਨੇ। ਜੇ ਆਕਾਸ਼ ਤੱਤ ਹਾਵੀ ਹੈ ਸਾਡੇ ਉੱਤੇ, ਫਿਰ ਜੇ ਹਵਾ ਦਾ ਤੱਤ ਬੰਦੇ ਦੇ ਅੰਦਰ ਜ਼ਿਆਦਾ ਹੈ, ਆਪਾਂ ਇੱਕ ਮੁਹਾਵਰਾ ਬੋਲਿਆ ਜਾਂਦਾ ਹੁੰਦਾ ਸੀ ਵੀ ਛੋਟਾ ਬੱਚਾ ਕਿਤੇ ਭੱਜਦਾ ਫਿਰੇ ਤੇ ਹਵਾ ਹੀ ਹੋ ਜਾਂਦਾ। ਮਤਲਬ ਕੀ ਹੈ? ਹਵਾ ਦਾ ਤੱਤ ਉਹਦੇ ਅੰਦਰ ਜ਼ਿਆਦਾ ਹੈ। ਜਿਹੜਾ ਬੰਦਾ ਫੁਰਤੀਲਾ ਹੋਵੇਗਾ, ਤੇਜ਼ ਚੱਲਣ ਵਾਲਾ ਹੋਵੇਗਾ, ਉੱਠਣ ਦੀ ਕਿਰਿਆ, ਚੱਲਣ ਦੀ ਕਿਰਿਆ, ਦੌੜਨ ਦੀ ਕਿਰਿਆ, ਇਹ ਸਾਰੀ ਹਵਾ ਦੇ ਤੱਤ ਦੇ ਉੱਤੇ ਹੈ। ਔਰ ਅਕਸਰ ਵੇਖ ਲਿਓ ਬੱਚਿਆਂ ਦੇ ਅੰਦਰ ਇਹ ਤੱਤ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਅੰਦਰ ਹੁੰਦਾ ਹੈ। ਸਾਡੇ ਅੰਦਰ ਵੀ ਹੁੰਦਾ ਹੈ, ਸਾਰਿਆਂ ਦੇ ਅੰਦਰ ਹੁੰਦਾ ਹੈ, ਪਰ ਸਾਡੇ ਅੰਦਰੋਂ ਹੌਲੀ ਹੌਲੀ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਘਟਦਾ ਰਹਿੰਦਾ ਹੈ। ਪਰ ਇਹ ਅਕਸਰ ਵੇਖ ਲਿਓ ਤੁਸੀਂ, ਅਸੀਂ ਲੱਖਾਂ ਕੋਸ਼ਿਸ਼ਾਂ ਕਰਦੀ ਹੈ ਵੀ ਬੈਠ ਜਾਣ, ਬੱਚੇ ਨਹੀਂ ਬੈਠਦੇ। ਕਿਉਂ ਨਹੀਂ ਬੈਠਦੇ? ਹਵਾ ਤੱਤ ਬਹੁਤ ਹੁੰਦਾ ਹੈ ਉਸ ਵੇਲੇ, ਕਿਉਂਕਿ ਬਾਕੀ ਤੱਤਾਂ ਨੇ ਜੇ ਪ੍ਰਭਾਵ ਨਹੀਂ ਪਾਇਆ ਹੁੰਦਾ। ਇੱਦਾਂ ਫਿਰ ਅੱਗ ਦਾ ਜਿਹੜਾ ਤੱਤ ਹੁੰਦਾ ਹੈ, ਜੇਕਰ ਹਰ ਵੇਲੇ ਭੁੱਖ ਲੱਗੀ ਰਹਿੰਦੀ ਹੈ, ਇਹ ਅਸੀਂ ਵੇਖਣਾ ਵੀ ਸਾਡੇ ਅੰਦਰ ਕਿਹੜੇ ਤੱਤ ਨੇ ਜ਼ਿਆਦਾ ਪ੍ਰਭਾਵ ਪਾਇਆ ਹੁੰਦਾ। ਜੇ ਅੰਦਰ ਮਤਲਬ ਭੁੱਖ ਹੀ ਲੱਗੀ ਰਹਿੰਦੀ ਆ, ਪਿਆਸ ਹਰ ਵੇਲੇ ਇਸੇ ਚੀਜ਼ ਨੂੰ ਵੀ ਕੁਝ ਨਾ ਕੁਝ ਮਿਲ ਜਾਵੇ, ਜਾਂ ਨੀਂਦ, ਆਲਸ, ਇਹ ਸਾਰੇ ਇਹਦੇ ਵਿੱਚ ਆ ਜਾਂਦੇ ਨੇ। ਇਹ 5 ਤੱਤ ਇਹਦੇ ਵਿੱਚ ਆ ਜਾਂਦੇ ਨੇ। ਇੱਕ ਕਾਮ ਦਾ ਤੱਤ ਵੀ ਅੱਗ ਦੇ ਵਿੱਚ ਆਉਂਦਾ ਹੈ। ਫਿਰ ਜੀ ਜੇਕਰ ਪਾਣੀ ਦਾ ਤੱਤ ਕਿਸੇ ਬੰਦੇ ਦੇ ਅੰਦਰ ਜ਼ਿਆਦਾ ਹੈ,
ਜਾਂ ਇੱਦਾਂ ਕਹਿ ਲਈਏ ਵੀ ਪਾਣੀ ਦੇ ਜਿਹੜੇ ਤੱਤ ਨੇ ਉਹਦੇ ਅਧੀਨ ਅੱਗੇ ਕਿਹੜੇ ਤੱਤ ਆਉਂਦੇ ਨੇ, ਉਹਦੇ ਵਿੱਚ ਆ ਜਾਂਦਾ ਹੈ ਖੂਨ। ਸਾਡਾ ਪਾਣੀ ਦੇ ਨਾਲ ਤੇ ਖੂਨ ਦਾ ਆਪਸ ਦੇ ਵਿੱਚ ਬੜਾ ਸੰਬੰਧ ਹੈ। ਸ਼ਾਇਦ ਪੜ੍ਹਾਈ ਵਾਲੇ ਨੂੰ ਹੋਰ ਜ਼ਿਆਦਾ ਕਲੀਅਰ ਕਰ ਸਕਦੇ ਨੇ। ਅਤੇ ਦੂਜੇ ਨੰਬਰ ਦੇ ਉੱਤੇ ਫਿਰ ਜੇ ਅਸੀਂ ਵੇਖਾਂਗੇ ਜਿੱਦਾਂ ਸਾਡੇ ਸਰੀਰ ਦੇ ਅੰਦਰੋਂ ਪਸੀਨਾ ਨਿਕਲਦਾ ਹੈ, ਇਹ ਪਾਣੀ ਕਰਕੇ ਹੀ ਤਾਂ ਹੈ ਸਾਰਾ ਕੁਝ। ਇੱਦਾਂ ਇਹਦੇ ਨਾਲ ਸੰਬੰਧਿਤ ਸਾਡੇ ਜਿਹੜੇ ਹੋਰ ਨੇ, ਇੱਦਾਂ ਕਹਿ ਲਈਏ ਜੋ ਅਸੀਂ ਮਲ ਤਿਆਗ ਕਰਦੇ ਹਾਂ, ਜੋ ਵੀਰ ਹੈ ਬੰਦੇ ਦਾ, ਜੋ ਵੀ ਹੈ, ਇਹ ਸਾਰੇ ਪਾਣੀ ਦੇ ਤੱਤ ਦੇ ਨਾਲ ਸੰਬੰਧ ਰੱਖਦੇ ਨੇ। ਫਿਰ ਹੈ ਜੀ ਧਰਤੀ, ਜਿਨ੍ਹਾਂ ਦੀਆਂ ਜਿੱਦਾਂ ਹੱਡੀਆਂ ਨੇ ਜਾਂ ਚਮੜੀ ਹੈ, ਸਾਡੇ ਕੇਸ ਨੇ, ਨਾੜੀਆਂ ਨੇ, ਜੋ ਬੋਡੀ ਦਾ ਉਹ ਪਾਸਾ ਹੈ ਜੋ ਹੱਥ ਦੇ ਨਾਲ ਛੂਹਿਆ ਜਾ ਸਕਦਾ ਹੈ, ਵੇਖਿਆ ਜਾ ਸਕਦਾ ਹੈ। ਇਹਨਾਂ 5 ਤੱਤਾਂ ਦੇ ਅੱਗੇ ਹੋਰ ਤੱਤ ਹੁੰਦੇ ਨੇ। 5 ਤੱਤਾਂ ਦੇ ਅੱਗੇ ਪ੍ਰਕਿਰਤੀਆਂ ਹੁੰਦੀਆਂ ਨੇ। ਮੈਂ ਅਕਸਰ ਬੇਨਤੀ ਕਰ ਦੇਵਾਂ ਆਪ ਜੀ ਦੇ ਅੱਗੇ, ਇਹ ਵੀ ਰੱਖ ਦੇਵਾਂ, ਅਸੀਂ ਲੱਖਾਂ ਕੋਸ਼ਿਸ਼ਾਂ ਕਰੀਏ ਨਾ, ਇੱਕ ਅੱਧੀ ਬੇਸਿਕ ਪ੍ਰਕਿਰਤੀ ਦੇ ਨਾਲ ਬੰਦੇ ਦਾ ਜਨਮ ਹੋਇਆ ਹੁੰਦਾ ਹੈ। ਇਹਨਾਂ 5 ਤੱਤਾਂ ਦੇ ਵਿੱਚੋਂ ਇੱਕ ਤੱਤ ਉਹਦੇ ਉੱਤੇ ਹਾਵੀ ਹੋਇਆ ਹੁੰਦਾ ਹੈ, ਉਹਦੇ ਹਿਸਾਬ ਦੇ ਨਾਲ ਹੀ ਫਿਰ ਬੰਦਾ ਦੌੜ ਲਾਈ ਜਾਂਦਾ, ਉਹਨੂੰ ਉਹੀ 5 ਤੰਗ ਕਰੀ ਜਾਂਦੇ ਨੇ। ਇਸ ਕਰਕੇ ਭਾਈ ਗੁਰਦਾਸ ਸਾਹਿਬ ਨੇ ਇਹ ਬੋਲਿਆ, ਭਾਈ ਮਾਲਕ ਨੇ ਕੀ ਕੀਤਾ, 5 ਤੱਤ, ਜਿਹੜੇ 5 ਤੱਤ ਸੀ ਉਹ ਇਕੱਠੇ ਕੀਤੇ, 25 ਗੁਣ। ਅਤੇ ਇਹਨਾਂ 5 ਤੱਤਾਂ ਦੇ ਅੱਗੋਂ ਇੱਕ ਤੱਤ ਦੇ 5-5 ਗੁਣ ਹੋ ਗਏ, ਅਤੇ 25 ਜਿਹੜੇ ਨਾ ਇਹਨਾਂ ਦੀਆਂ ਪ੍ਰਕਿਰਤੀਆਂ ਹੋ ਗਈਆਂ, ਸੁਭਾਅ ਹੋ ਗਏ ਇਹਨਾਂ ਦੇ। ਛਤਰ ਮਿੱਤਰ ਮਿਲ ਦੇਹ ਬਣਾਈ, ਮਿੱਤਰ ਤੇ ਵੈਰੀ ਨੂੰ ਇਕੱਠੇ ਕਰਕੇ ਤੇ ਰੱਬ ਨੇ ਸਰੀਰ ਬਣਾ ਦਿੱਤਾ ਹੈ। ਮਹਾਰਾਜ ਜੀ ਦੀ ਬਾਣੀ ਦਾ ਇੱਕ ਬੋਲ ਹੈ, ਬੱਕਰੀ ਸਿੰਘ ਇੱਕ ਤੈ ਥਾਂ ਰਾਖੇ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਵੈਸੇ ਬੱਕਰੀ ਤੇ ਸ਼ੇਰ ਇੱਕ ਥਾਂ 'ਤੇ ਰਹਿ ਹੀ ਨਹੀਂ ਸਕਦੇ, ਕਿਉਂਕਿ ਸ਼ੇਰ ਖਾ ਲਵੇਗਾ। ਉਹ ਨਹੀਂ ਰਹਿ ਸਕਦਾ, ਉਹ ਮਾਸਾਹਾਰੀ ਹੈ, ਉਹਨੂੰ ਜੀਣ ਨਹੀਂ ਦੇਵੇਗਾ। ਪਰ ਸਾਡੇ ਅੰਦਰ ਮਾਲਕ ਨੇ ਕਿੰਨੀ ਖੇਡ ਵਰਤਾ ਦਿੱਤੀ ਆ ਵੀ ਪਾਣੀ ਵੀ ਇੱਥੇ ਹੀ ਹੈ ਅਤੇ ਅੱਗ ਵੀ ਇੱਥੇ ਹੀ ਹੈ। ਅਸੀਂ ਕਦੀ ਵੀ ਇਹਨਾਂ ਦੋਵਾਂ ਚੀਜ਼ਾਂ ਤੋਂ ਪਾਰ ਹੋ ਕੇ ਬਚ ਹੀ ਨਹੀਂ ਸਕਦੇ ਵੀ ਇੱਕ ਚੀਜ਼ ਨੂੰ ਛੱਡ ਦਈਏ, ਅਸੀਂ ਨਹੀਂ ਰਹਿ ਸਕਦੇ, ਜਿਉਂਦੇ ਨਹੀਂ ਰਹਿ ਸਕਦੇ। ਇੱਕ ਦੂਸਰੇ ਦੇ ਵੈਰੀ ਨੇ। ਪਾਣੀ ਕਿੰਨਾ ਵੀ ਗਰਮ ਹੋਵੇ, ਕਿਸੇ ਵੀ ਡਿਗਰੀ ਦੇ ਉੱਤੇ ਗਰਮ ਹੋਇਆ ਹੋਵੇ, ਅੱਗ ਫਿਰ ਬੁਝਾ ਦੇਵੇਗਾ, ਭਾਵੇਂ ਅੱਗ ਨੇ ਗਰਮ ਕੀਤਾ ਹੋਵੇ ਉਹਨੂੰ। ਜਿਸ ਤਰ੍ਹਾਂ ਸਾਰੀ ਜ਼ਿੰਦਗੀ ਲੱਕੜ ਦੇ ਅੰਦਰ ਅੱਗ ਬੈਠੀ ਰਹਿੰਦੀ ਹੈ ਨਾ, ਕਦੀ ਬਾਹਰ ਨਹੀਂ ਆਉਂਦੀ, ਅਤੇ ਅੱਗ ਬਿਲਕੁਲ ਲੱਕੜ ਦਾ ਉਸ ਵੇਲੇ ਵਿਰੋਧੀ ਤੱਤ ਹੁੰਦੀ ਹੈ, ਉਸੇ ਲੱਕੜ ਨੂੰ ਸਾੜ ਦਿੰਦੀ ਹੈ ਅੱਗ, ਪਰ ਸ਼ਾਂਤ ਰਹਿੰਦੀ ਹੈ ਨਾ। ਛਤਰ ਮਿੱਤਰ ਮਿਲ ਦੇਹ ਬਣਾਈ, ਮਾਲਕ ਨੇ 2 ਵੈਰੀ ਅਤੇ ਮਿੱਤਰ, 2 ਵੱਖਰੀਆਂ ਵੱਖਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਅਤੇ ਆਹ ਸਾਡੀ ਦੇਹ ਬਣਾ ਦਿੱਤੀ ਹੈ। ਅਤੇ ਬਸ ਇੱਦਾਂ ਹੀ ਹੁੰਦਾ, ਜਦੋਂ ਥੋੜ੍ਹਾ ਜਿਹਾ ਇੰਬੈਲੈਂਸ ਹੁੰਦਾ ਹੈ ਅੰਦਰੋਂ ਕੰਮ, ਅਤੇ ਕੋਈ ਨਾ ਕੋਈ ਬਿਮਾਰੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਤੱਤ ਨੇ, ਜਿਹੜਾ ਤੱਤ ਵੱਧ ਗਿਆ, ਦੂਜਾ ਤੱਤ ਘਟ ਗਿਆ, ਆਪਣੇ ਆਪ ਸਰੀਰ ਨੂੰ ਕੋਈ ਨਾ ਕੋਈ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਪੁਰਾਣੀ ਵੈਦਗੀ, ਪੁਰਾਣੀ ਹਕੀਮੀ ਸਾਰੀ ਇਸੇ ਚੀਜ਼ ਦੇ ਉੱਤੇ ਚੱਲਦੀ ਹੈ ਵੀ ਤੱਤਾਂ ਨੂੰ ਬਰਾਬਰ ਰੱਖੋ, ਤੁਸੀਂ ਠੀਕ ਰਹੋਗੇ। ਇਹ ਚਲੋ ਉਹ ਵੀ ਉਹਨਾਂ ਦਾ ਹੀ ਪੜ੍ਹਾਈਆਂ ਨੇ, ਮੇਰਾ ਇਹ ਵਿਸ਼ਾ ਨਹੀਂ ਹੈ। ਮੈਂ ਤਾਂ ਸਿਰਫ ਸਰੀਰ ਦੇ ਬਾਰੇ ਕੁਝ ਗੱਲਾਂ ਜਿਹੜੀਆਂ ਭਾਈ ਗੁਰਦਾਸ ਸਾਹਿਬ ਨੇ ਬੋਲੀਆਂ ਨੇ, ਮੈਂ ਆਪ ਜੀ ਦੇ ਅੱਗੇ ਰੱਖਦਾ ਪਿਆ ਹਾਂ। ਖਾਣੀ ਬਾਣੀ 5 ਤੱਤ 25 ਗੁਣ, ਛਤਰ ਮਿੱਤਰ ਮਿਲ ਦੇਹ ਬਣਾਈ, ਖਾਣੀ ਬਾਣੀ ਚਲਿਤ ਕਰ ਆਵਾ ਗੌਣ ਚਰਿੱਤਰ ਦਿਖਾਈ। ਫਿਰ ਖਾਣੀਆਂ ਪੈਦਾ ਕੀਤੀਆਂ ਮਾਲਕ ਨੇ। ਖਾਣੀ ਦਾ ਮਤਲਬ ਹੁੰਦਾ ਜਿੱਦਾਂ ਖਾਣ, ਕੋਇਲੇ ਦੀ ਖਾਣ ਹੋ ਗਈ, ਜਿਹਦੇ ਵਿੱਚੋਂ ਪੈਦਾਇਸ਼ ਹੁੰਦੀ ਹੈ ਚੀਜ਼ਾਂ ਦੀ। ਮੁੱਖ ਤੌਰ ਦੇ ਉੱਤੇ 4 ਖਾਣੀਆਂ ਨੇ, ਪਰ ਗੁਰਮਤਿ ਕੀ ਕਹਿੰਦੀ ਹੈ, ਆਪਾਂ ਪੜ੍ਹਦੇ ਹਾਂ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਗਿਣਤੀ ਨਹੀਂ ਹੈ ਕੋਈ, ਪਰ ਮੁੱਖ ਤੌਰ 'ਤੇ 4 ਮੰਨੀਆਂ ਜਾਂਦੀਆਂ ਨੇ। ਅੰਡਜ ਜੇਰਜ ਸੇਤਜ ਉਤਪੁਜ, ਤੇਰੇ ਕੀਤੇ ਜਨਤਾ। ਇਹ ਵੀ ਮੈਂ ਆਪ ਜੀ ਦੇ ਅੱਗੇ ਰੱਖਾਂਗਾ ਵੀ ਗੁਰਮਤਿ ਗਿਣਤੀਆਂ ਦੀ ਗੱਲ ਨਹੀਂ ਕਰਦੀ, ਪਰ ਜੇ ਗਿਣਤੀਆਂ ਦੀ ਗੱਲ ਨਹੀਂ ਕਰਦੀ ਤਾਂ ਫਿਰ ਗੁਰਮਤਿ ਨੇ ਉਹ ਵਰਤੇ ਕਿਉਂ ਨੇ? ਜੇ ਗੁਰਮਤਿ ਕਹਿੰਦੀ ਹੈ ਵੀ 4 ਖਾਣੀਆਂ ਨਹੀਂ ਨੇ, ਵੱਧ ਨੇ, ਤਾਂ ਫਿਰ 4 ਦਾ ਜ਼ਿਕਰ ਕਿਉਂ ਕੀਤਾ ਹੈ? ਜੇ ਗੁਰਮਤਿ ਇਸ ਗੱਲ ਨੂੰ ਮੰਨਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਵੀ ਭਾਈ 84 ਲੱਖ ਜੂਨਾਂ ਹੀ ਨਹੀਂ ਨੇ, ਵੱਧ ਵੀ ਹੋ ਸਕਦੀਆਂ ਨੇ, ਅਤੇ ਫਿਰ 84 ਲੱਖ ਦੀ ਗੱਲ ਕਿਉਂ ਕੀਤੀ ਹੈ ਗੁਰਮਤਿ ਦੇ ਵਿੱਚ? ਇਹਨੂੰ ਅਸੀਂ ਸਮਝਾਂਗੇ ਥੋੜ੍ਹਾ ਜਿਹਾ ਅੱਗੇ ਚੱਲ ਕੇ। ਮਾਲਕ ਨੇ ਕੀ ਕੀਤਾ? 4 ਖਾਣੀਆਂ। ਅੰਡਜ, ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ, ਜੇਰ ਤੋਂ ਪੈਦਾ ਹੋਣ ਵਾਲੇ ਜੀਵ, ਸੇਤਜ, ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ। ਆ ਵੇਖੋ, ਸਫਾਈ ਨਹੀਂ ਹੋਵੇਗੀ ਅਤੇ ਜੂਆਂ ਜਿਹੜੀਆਂ ਨੇ ਉਹ ਪਸੀਨੇ ਤੋਂ ਹੀ ਪੈਦਾ ਹੋ ਜਾਂਦੀਆਂ ਨੇ। ਉਤਪੁਜ, ਬਨਸਪਤੀ ਤੋਂ ਪੈਦਾ ਹੋਣ ਵਾਲੇ ਜੀਵ, ਦਰਖਤ ਆਦਿਕ ਸਾਰੇ ਇਹਦੇ ਵਿੱਚ ਹੀ ਆ ਜਾਂਦੇ ਨੇ। ਇਹ 4 ਤਰੀਕੇ ਦੀਆਂ ਪੈਦਾਇਸ਼ ਨੇ, ਇਹ ਤੋਂ ਵੱਧ ਵੀ ਹੋ ਸਕਦੀਆਂ ਨੇ, ਮੈਂ ਫਿਰ ਕਹਿ ਦੇਵਾਂ, ਪਰ ਇਹ 4 ਪੈਦਾਇਸ਼ ਦਾ ਤਰੀਕਾ ਪੈਦਾ ਕਿਹਨੇ ਕੀਤਾ ਹੈ? ਖਾਣੀ ਮਾਲਕ ਨੇ ਪੈਦਾ ਕੀਤੀ। ਫਿਰ ਅੱਗੇ ਬਾਣੀ, ਬਾਣੀ ਦੇ ਵੀ ਪੁਰਾਤਨ ਵੇਲਿਆਂ ਦੇ ਵਿੱਚ 4 ਭੇਦ ਮੰਨੇ ਜਾਂਦੇ ਨੇ। ਬੋਲੀ ਵੀ 4 ਭਾਵਾਂ ਦੀ ਮੰਨੀ ਜਾਂਦੀ ਹੈ। ਇਹ ਜੋ ਸਾਡਾ ਖਿਆਲ ਸਾਡੇ ਅੰਦਰੋਂ ਬਾਹਰ ਨਿਕਲਦਾ ਹੈ,
ਉਹ 4 ਸਟੈਪ ਤੋਂ ਹੋ ਕੇ ਤੇ ਫਿਰ ਆਉਂਦਾ ਹੈ। ਇਹਦੀ ਵਿਆਖਿਆ ਵੱਖਰੀ ਵੱਖਰੀ ਕੀਤੀ ਹੈ, ਜੋ ਮੇਰੀ ਸਮਝ ਦੇ ਵਿੱਚ ਆਈ ਹੈ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ, ਪਰ ਇਹਨੂੰ ਅੰਤਿਮ ਨਾ ਸਮਝ ਲੈਣਾ। ਇੱਕ ਸ਼ਬਦ ਦਾ ਉਹ ਰੂਪ ਹੈ ਜਿਹੜਾ ਸਾਡੇ ਅੰਦਰ ਤੇ ਹੈ ਪਰ ਸਾਨੂੰ ਪਤਾ ਨਹੀਂ ਹੈ ਅਜੇ। ਪਰਾ, ਪਸੰਤੀ, ਮੱਧਮਾ ਤੇ ਬੈਖਰੀ, ਇਹ 4 ਜਿਹੜੀਆਂ ਨੇ ਨਾ ਇਹ ਬਾਣੀਆਂ ਨੇ, 4 ਸਟੈਪ ਨੇ ਜੋ ਅੱਖਰ ਸਾਡੇ ਅੰਦਰੋਂ ਨਿਕਲਦਾ ਹੈ। ਇਹ ਪੁਰਾਤਨ ਪੜ੍ਹਾਈ ਸਾਰੀ ਇਹਨਾਂ ਚੀਜ਼ਾਂ ਦੀ ਹੁੰਦੀ ਸੀ। ਅਤੇ ਉਹਦੇ ਵਿੱਚ ਕੀ ਹੈ ਕਿ ਅਜੇ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਕੀ ਗੱਲ ਕਰਨੀ ਹੈ, ਮੈਨੂੰ ਵੀ ਨਹੀਂ ਪਤਾ ਕੀ ਗੱਲ ਕਰਨੀ ਹੈ, ਪਰ ਉਹ ਖਿਆਲ ਕਿਤੇ ਨਾ ਕਿਤੇ ਹਵਾ ਦੇ ਵਿੱਚ ਹੈ ਨੇ, ਕਿਤੇ ਨਾ ਕਿਤੇ ਮੇਰੀ ਵੀ ਰੀਚ ਦੇ ਵਿੱਚ ਨਹੀਂ, ਅਜੇ ਮੇਰੀ ਵੀ ਰੇਂਜ ਦੇ ਵਿੱਚ ਉਹ ਨਹੀਂ ਨੇ ਵਰਡ ਜੋ ਮੈਂ ਅੱਗੇ ਬੋਲਣੇ ਨੇ, ਮੈਨੂੰ ਵੀ ਨਹੀਂ ਪਤਾ ਕਿ ਕੀ ਬੋਲਣਾ ਹੈ। ਇੱਦਾਂ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਕੀ ਬੋਲਣਾ। ਉਹਨੂੰ ਕਿਹਾ ਜਾਂਦਾ ਹੈ ਪਰਾ ਬਾਣੀ, ਜਿਹੜੀ ਅਜੇ ਸਮਝ ਲਓ ਵੀ ਸਾਡੀ ਸੋਚ ਤੋਂ, ਸਾਡੀ ਵਿਚਾਰ ਤੋਂ, ਕਿਸੇ ਵੀ ਚੀਜ਼ ਤੋਂ ਪਰੇ ਹੈ। ਫਿਰ ਉਹ ਕਹਿੰਦੇ ਨੇ ਇਹਦੇ ਤੋਂ ਥੋੜ੍ਹਾ ਜਿਹਾ ਉੱਪਰ ਆ ਜਾਂਦਾ ਹੈ ਸ਼ਬਦ, ਜਦੋਂ ਸਾਡੇ ਮਨ ਦੇ ਅੰਦਰ ਇੱਕ ਖਿਆਲ ਪੈਦਾ ਹੋ ਜਾਂਦਾ ਹੈ। ਕਿੱਥੇ ਪੈਦਾ ਹੁੰਦਾ ਹੈ ਉਹਦੇ ਬਾਰੇ ਵੱਖਰੇ ਵੱਖਰੇ ਖਿਆਲ ਨੇ। ਕਈ ਕਹਿੰਦੇ ਨੇ ਕਿ ਨਾਭੀ ਦੇ ਨੇੜੇ ਖਿਆਲ ਪੈਦਾ ਹੁੰਦਾ ਹੈ। ਇਹ ਖਿਆਲ ਹੈ ਸਿਰਫ ਜਦੋਂ ਸਾਨੂੰ ਥੋੜ੍ਹੇ ਥੋੜ੍ਹੇ ਸੰਕਲਪ ਉੱਠਣੇ ਸ਼ੁਰੂ ਹੋ ਗਏ। ਇੱਦਾਂ ਤਾਂ ਨਹੀਂ ਵੀ ਮੈਂ ਸਿੱਧੀ ਗੱਲ ਹੀ ਕਰ ਦਿੱਤੀ ਤੇ ਮੇਰੇ ਦਿਮਾਗ ਦੇ ਵਿੱਚ ਆਈ ਨਹੀਂ ਸੀ। ਦਿਮਾਗ ਦੇ ਵਿੱਚ ਆਉਂਦੀ ਹੈ ਫਿਰ ਹੀ ਗੱਲ ਬੋਲੀ ਜਾਂਦੀ ਹੈ, ਭਾਵੇਂ ਉਹਦੀ ਸਪੀਡ ਬਹੁਤ ਜ਼ਿਆਦਾ ਹੈ, ਸਾਨੂੰ ਪਤਾ ਨਹੀਂ ਲੱਗਦਾ। ਪਹਿਲਾਂ ਦਿਮਾਗ ਸੋਚਦਾ ਹੈ ਗੱਲ ਨੂੰ, ਫਿਰ ਹੀ ਬਾਹਰ ਕੱਢਦਾ ਹੈ। ਔਰ ਜਿਨ੍ਹਾਂ ਨੇ ਪੜ੍ਹਿਆ ਹੈ ਇਸ ਚੀਜ਼ ਨੂੰ, ਉਹਨਾਂ ਨੂੰ ਪਤਾ ਹੋਵੇ ਵੀ ਕਿਸੇ ਵੀ ਗਰਮ ਚੀਜ਼ ਦੇ ਉੱਤੇ ਸਾਡਾ ਹੱਥ ਜਦੋਂ ਲੱਗਦਾ ਹੈ ਤਾਂ ਪਹਿਲਾਂ ਦਿਮਾਗ ਨੂੰ ਮੈਸੇਜ ਜਾਂਦਾ ਹੈ ਅਤੇ ਫਿਰ ਵਾਪਸ ਮੈਸੇਜ ਆਉਂਦਾ ਹੈ ਵੀ ਇਹ ਚੀਜ਼ ਤੈਨੂੰ ਗਰਮ ਲੱਗਦੀ ਪਈ ਹੈ, ਇਹ ਤੋਂ ਹੱਥ ਪਰੇ ਕਰ ਲੈ। ਪਰ ਹੋ ਇੰਨੀ ਜਲਦੀ ਜਾਂਦਾ ਹੈ ਵੀ ਨੈਨੋ ਸੈਕਿੰਡ ਦੇ ਵਿੱਚ ਹੀ ਸਾਨੂੰ ਪਤਾ ਲੱਗ ਜਾਂਦਾ ਵੀ ਇੰਨੀ ਜਲਦੀ ਬਿਜਲੀ ਘੁੰਮ ਕੇ ਤਾਂ ਵਾਪਸ ਵੀ ਆ ਗਈ ਹੈ, ਇੰਨੀ ਜਲਦੀ ਮੈਸੇਜ ਘੁੰਮ ਕੇ ਵਾਪਸ ਵੀ ਆ ਗਿਆ। ਇਹ ਮਾਲਕ ਨੇ ਖੇਡ ਪਾਈ ਹੈ ਸਾਡੇ ਸਰੀਰ ਦੇ ਅੰਦਰ। ਕਿੰਨਾ ਕੁ ਟਾਈਮ ਲੱਗਦਾ ਸਾਨੂੰ ਗਰਮ ਚੀਜ਼ 'ਤੇ ਹੱਥ ਲਾਇਆ ਪਤਾ ਲੱਗਦਾ, ਦਿਮਾਗ ਦੇ ਵਿੱਚੋਂ ਵਾਪਸ ਮੈਸੇਜ ਉੱਥੇ ਪਹੁੰਚ ਗਿਆ। ਖਿਆਲ ਅਜੇ ਮੇਰੇ ਅੰਦਰ ਬਣਨੇ ਸ਼ੁਰੂ ਹੋ ਗਏ, ਸੰਕਲਪ ਬਣਨੇ ਸ਼ੁਰੂ ਹੋ ਗਏ। ਉਹਦੇ ਤੋਂ ਬਾਅਦ ਮੈਂ ਸੋਚਿਆ ਵੀ ਇਹਨਾਂ ਖਿਆਲਾਂ ਨੂੰ ਬਾਹਰ ਕੱਢ ਦੇਵਾਂ, ਅਤੇ ਕਿਸੇ ਵੇਲੇ ਖਿਆਲ ਮੇਰੇ ਗਲੇ ਤੱਕ ਆ ਗਿਆ, ਜਿਹਨੂੰ ਕਿਹਾ ਜਾਂਦਾ ਹੈ ਮੱਧਮਾ। ਗਲੇ ਤੱਕ ਖਿਆਲ ਆ ਗਿਆ, ਇੱਥੋਂ ਤੱਕ ਗੱਲ ਆ ਗਈ ਹੈ, ਮਤਲਬ ਮੈਂ ਬਿਲਕੁਲ ਤਿਆਰ ਹਾਂ, ਪਰ ਅਜੇ ਬੋਲੀ ਨਹੀਂ ਹੈ ਗੱਲ। ਅਤੇ ਹੋ ਸਕਦਾ ਇੱਥੇ ਵੀ ਗੱਲ ਖਤਮ ਹੋ ਜਾਵੇ, ਇੱਥੇ ਵੀ ਕਿਸੇ ਦੂਸਰੇ ਨੂੰ ਨਹੀਂ ਪਤਾ ਲੱਗੇਗਾ। ਜੋ ਹੁਣ ਤੁਹਾਡੇ ਦੇ ਅੰਦਰ ਗੱਲਾਂ ਚੱਲਦੀਆਂ ਪਈਆਂ ਨੇ, ਵਾਹਿਗੁਰੂ ਤੰਦਰੁਸਤੀ ਦੇਵੇ, ਸਿਰਫ ਸਮਝਣ ਦੀ ਖਾਤਰ ਹੈ, ਉਹ ਅਜੇ ਕਿਸੇ ਨੂੰ ਨਹੀਂ ਪਤਾ ਲੱਗਦੀਆਂ ਪਈਆਂ। ਕਿਉਂ? ਕਿਉਂਕਿ ਤੁਹਾਡੇ ਗਲੇ ਤੋਂ ਬਾਹਰ ਨਹੀਂ ਆਈਆਂ, ਪਰ ਤੁਹਾਨੂੰ ਤਾਂ ਪਤਾ ਲੱਗਦੀਆਂ ਪਈਆਂ ਨੇ ਵੀ ਤੁਹਾਡੇ ਅੰਦਰ ਕੀ ਚੱਲਦਾ ਪਿਆ ਹੈ। ਉਹਨੂੰ ਕਿਹਾ ਜਾਂਦਾ ਹੈ ਮੱਧਮਾ। ਇਹ ਤੀਸਰੀ ਸਟੇਜ ਹੈ ਬੋਲੀ ਦੀ। ਫਿਰ ਹੈ ਵੈਖਰੀ, ਜਦੋਂ ਉਹੀ ਬੋਲ ਖਿਆਲ ਜਿਹੜੇ ਨੇ ਉਹ ਮੂੰਹ ਤੋਂ ਬਾਹਰ ਕੱਢ ਦਿੱਤੇ ਜਾਂਦੇ ਨੇ ਅਤੇ ਉਹਨਾਂ ਨੂੰ ਦੁਨੀਆ ਦੇ ਨਾਲ ਸਾਡਾ ਸੰਚਾਰ ਬਣ ਜਾਂਦਾ ਹੈ। ਇੱਕ ਵਰਡ ਕਮਿਊਨੀਕੇਸ਼ਨ ਦੇ ਵਿੱਚ ਬਾਅਦ 'ਚ ਆਉਂਦਾ ਹੈ, ਪਹਿਲਾਂ ਉਹ ਸਾਡੇ ਸਰੀਰ ਦੇ 3 ਹਿੱਸਿਆਂ ਦੇ ਵਿੱਚੋਂ ਘੁੰਮ ਕੇ ਆਉਂਦਾ ਹੈ। ਇਹ ਪੁਰਾਤਨ ਖਿਆਲ ਹੈ, ਜਿਹਨੂੰ ਭਾਈ ਗੁਰਦਾਸ ਸਾਹਿਬ ਇੱਥੇ ਕਹਿੰਦੇ ਨੇ ਖਾਣੀ ਬਾਣੀ ਚਲਿਤ ਕਰ। ਮਾਲਕ ਨੇ ਕਿੱਡੀ ਹੈਰਾਨੀ ਜੀ ਬਣਾ ਦਿੱਤੀ ਹੈ। ਇਹ ਨਹੀਂ ਵੀ ਖਿਆਲ ਇੱਦਾਂ ਹੀ ਆਇਆ ਅਤੇ ਇੱਦਾਂ ਹੀ ਤੋਰ ਦਿੱਤਾ। ਦਿਮਾਗ ਉਹਨੂੰ ਚੰਗੀ ਤਰ੍ਹਾਂ ਸਮਝਦਾ ਹੈ, ਦਿਲ ਉਹਨੂੰ ਚੰਗੀ ਤਰ੍ਹਾਂ ਸਮਝਦਾ ਹੈ, ਅਤੇ ਫਿਰ ਇਹ ਖਿਆਲ ਬਾਹਰ ਨਿਕਲਦੇ ਨੇ। ਖਾਣੀ ਬਾਣੀ ਚਲਿਤ ਕਰ, ਇਹੋ ਜਿਹੇ ਮਾਲਕ ਨੇ ਕੌਤਕ ਵਰਤਾ ਦਿੱਤੇ। ਆਵਾ ਗਾਉਣ ਚਰਿੱਤਰ ਵਿਖਾਈ, ਚਰਿੱਤਰ ਦਿਖਾਈ, ਅਤੇ ਮਾਲਕ ਨੇ ਆਹ ਸੰਸਾਰ ਦੀ ਖੇਡ ਰਚ ਦਿੱਤੀ ਵੀ ਆਵਾ ਗਾਉਣ ਬਣਿਆ ਰਵੇ। ਮਤਲਬ ਇੰਨਾ ਸਾਰਾ ਕੁਝ ਪੈਦਾ ਕੀਤਾ ਉਹਨੇ, ਦੇਹਾਂ ਬਣਾਈਆਂ, 5 ਤੱਤ ਪਾਏ, ਪੰਜਾਂ ਦੇ ਵਿੱਚ ਫਿਰ ਅੱਗੇ 25 ਸੁਭਾਅ ਵੀ ਪਾ ਦਿੱਤੇ ਉਹਨੇ, ਅਤੇ ਕਿਰਪਾ ਕਰਕੇ ਉਹਨੇ ਕੀ ਕੀਤਾ, ਆਵਾ ਗਾਉਣ ਦੀ ਖੇਡ ਬਣਾ ਦਿੱਤੀ ਵੀ ਬਸ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਵੀ ਘੁੰਮਦੇ ਰਹੋ, ਘੁੰਮਦੇ ਰਹੋ। ਜਿੱਦਣ ਤੁਹਾਡਾ ਜੀਅ ਕਰੇਗਾ ਨਾ ਵੀ ਮੈਂ ਇਸ ਚੱਕਰ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹਾਂ, ਤੁਸੀਂ ਆਪਣੇ ਆਪ ਹੀ ਕਹਿ ਦੇਣਾ ਹੈ ਵੀ ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਇਹ ਤਾਂ ਖੇਡ ਹੈ, ਰੱਬ ਖਿਡਾਈ ਜਾਵੇਗਾ। ਜਦੋਂ ਤੱਕ ਜਿੱਤਾਂਗੇ ਨਹੀਂ ਉਦੋਂ ਤੱਕ ਖਿਡਾਈ ਜਾਵੇਗਾ। ਉਹਦੇ ਕੋਲ ਕੋਈ ਘਾਟਾ ਨਹੀਂ ਹੈ ਸਮੇਂ ਦਾ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਮੈਂ ਵੀ ਇਹਦੇ ਵਿੱਚ ਹੀ ਹਾਂ। ਹਜ਼ੂਰ ਕਹਿੰਦੇ ਨੇ ਖਾਣੀ ਬਾਣੀ ਚਲਿਤ ਕਰ, ਆਵਾ ਗਾਉਣ ਚਰਿੱਤਰ ਦਿਖਾਈ, 84 ਲੱਖ ਜੂਨ ਉਪਾਈ। ਮਾਲਕ ਨੇ 84 ਲੱਖ ਜੂਨਾਂ ਪੈਦਾ ਕਰ ਦਿੱਤੀਆਂ। ਜੈਨ ਮਤ ਦੇ ਆਪਣੇ ਖਿਆਲ ਨੇ 84 ਲੱਖ ਜੂਨਾਂ ਦੇ ਬਾਰੇ, ਹਿੰਦੂ ਮਤ ਦੇ ਆਪਣੇ ਖਿਆਲ ਨੇ 84 ਲੱਖ ਜੂਨਾਂ ਦੇ ਬਾਰੇ। ਮੁੱਖ ਤੌਰ ਦੇ ਉੱਤੇ ਇੱਦਾਂ ਕਹਿ ਲਈਏ, ਭਗਤ ਨਾਮਦੇਵ ਜੀ ਦਾ ਵੀ ਇੱਕ ਸ਼ਬਦ ਹੈ, 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾ ਕਾਏ ਕਰੋ। ਇੱਕ ਮੋਟਾ ਮੋਟਾ ਖਿਆਲ ਹੈ, ਆਪ ਜੀ ਨੇ ਸ਼ਾਇਦ ਸੁਣਿਆ ਹੋਵੇਗਾ, ਜੋ ਸੱਭਿਆਚਾਰ ਦੇ ਵਿੱਚ, ਕਲਚਰ ਦੇ ਵਿੱਚ ਘੁੰਮਦਾ ਰਹਿੰਦਾ ਹੈ ਵੀ 42 ਲੱਖ ਜੀਵ ਜਿਹੜੇ ਹੁੰਦੇ ਨੇ, ਮਤਲਬ ਹਾਫ ਆਫ 84,
ਉਹ ਜਿਹੜੇ ਨੇ ਉਹ ਕੀ ਕਰਦੇ ਨੇ, ਉਹ ਪਾਣੀ ਦੇ ਵਿੱਚ ਨੇ, ਅਤੇ ਪਰ ਬਾਕੀ ਜਿਹੜੇ ਨੇ ਨਾ ਉਹ ਜ਼ਮੀਨ ਦੇ ਉੱਤੇ ਅਤੇ ਹਵਾ ਦੇ ਵਿੱਚ ਉੱਡਣ ਵਾਲੇ ਨੇ। ਪਰ ਜੇ ਹੁਣ ਦੀ ਪੜ੍ਹਾਈ ਵੇਖੀਏ ਤਾਂ ਇਹਦੇ ਤੋਂ ਵੀ ਅੱਗੇ ਗਿਣਤੀ ਪਹੁੰਚ ਚੁੱਕੀ ਹੈ। ਇੱਕ ਖਿਆਲ ਮੰਨਿਆ ਜਾਂਦਾ ਸੀ ਵੀ ਜਿੰਨੇ ਵੀ ਸ੍ਰਿਸ਼ਟੀ ਦੇ ਉੱਤੇ ਜੀਵ ਨੇ, ਜਾਤੀਆਂ ਨੇ, ਇਹਨਾਂ ਸਾਰੀਆਂ ਨੂੰ ਗਿਣ ਲਿਆ ਜਾਵੇ ਨਾ ਅਤੇ ਮੋਟੀ ਮੋਟੀ ਗਿਣਤੀ 84 ਲੱਖ ਬਣਦੀ ਹੈ। ਅਤੇ ਇਹ ਵੀ ਖਿਆਲ ਨਾਲ ਪ੍ਰਚਲਿਤ ਕੀਤਾ ਜਾਂਦਾ ਸੀ ਵੀ ਮਨੁੱਖ ਜਦੋਂ ਜਨਮ ਲੈਂਦਾ ਹੈ, ਇਹ ਗੁਰਮਤਿ ਦੇ ਖਿਆਲ ਨਹੀਂ ਨੇ, ਮੈਂ ਬੇਨਤੀ ਕਰ ਦੇਵਾਂ, ਕਿਤੇ ਨਾ ਕਿਤੇ ਗੁਰਮਤਿ ਨੇ ਇਹਨਾਂ ਨੂੰ ਵਰਤਿਆ ਹੈ। 84 ਲੱਖ ਗੁਰਮਤਿ ਦੀ ਗਿਣਤੀ ਨਹੀਂ ਹੈ। ਅਤੇ ਇਹ ਵੀ ਖਿਆਲ ਪ੍ਰਚਲਿਤ ਹੈ ਵੀ ਜਿਸ ਵੇਲੇ ਇਨਸਾਨ ਚੜ੍ਹਾਈ ਕਰ ਜਾਂਦਾ ਹੈ ਅਤੇ ਉਹਦੇ ਨਾਲ ਕੀ ਹੁੰਦਾ ਵੀ ਉਹਨੂੰ ਇਹਨਾਂ ਸਾਰੀਆਂ ਜੂਨਾਂ ਦੇ ਚੱਕਰ ਦੇ ਵਿੱਚੋਂ ਨਿਕਲ ਕੇ ਅਤੇ ਫਿਰ ਮਨੁੱਖਾ ਪਦਵੀ ਮਿਲਦੀ ਹੈ, ਫਿਰ ਵਾਪਸ ਕਿਤੇ ਮਨੁੱਖ ਬਣਦਾ ਹੈ ਜਾ ਕੇ। ਇਹ ਖਿਆਲ ਤੁਸੀਂ ਮੋਟੇ ਮੋਟੇ ਸੁਣੇ ਹੋਣਗੇ। ਭਾਈ ਗੁਰਦਾਸ ਸਾਹਿਬ ਕੀ ਕਹਿੰਦੇ ਨੇ, ਰੱਬ ਨੇ ਇੰਨਾ ਕੁਝ ਬਣਾ ਕੇ ਅਤੇ ਇਹ 84 ਲੱਖ ਜੂਨਾਂ ਪੈਦਾ ਕਰ ਦਿੱਤੀਆਂ। ਮਤਲਬ ਅੱਜ ਜੋ ਸੰਸਾਰ ਦੇ ਜੀਵ ਸਾਨੂੰ ਦਿਸਦੇ ਨੇ, ਜਿੰਨੀ ਵੀ ਇਹਨਾਂ ਦੀ ਗਿਣਤੀ ਹੈ, ਮਾਲਕ ਨੇ ਕੀ ਕੀਤਾ, ਇਹ ਸਾਰਾ ਕੁਝ ਪੈਦਾ ਕਰ ਦਿੱਤਾ। ਹੁਣ ਵੇਖੋ, ਇਹ ਪੈਦਾ ਤਾਂ ਹੋ ਗਿਆ, ਉਸ ਪੈਦਾਇਸ਼ ਦੇ ਵਿੱਚੋਂ ਸਾਨੂੰ ਮਾਲਕ ਨੇ ਕਿੰਨਾ ਮਾਣ ਬਖਸ਼ਿਆ, ਮਨੁੱਖਾਂ ਨੂੰ ਕਿੰਨਾ ਮਾਣ ਬਖਸ਼ਿਆ। ਪੈਦਾਇਸ਼ ਤਾਂ ਹੈ, ਕਿੰਨੇ ਨੇ ਤੁਸੀਂ ਅਕਸਰ ਸੁਣਦੇ ਹੋਵੋਗੇ ਨਾ ਜੀ, ਜਾਨਵਰ ਬੜੇ ਵੈਲ ਟ੍ਰੇਨਡ ਹੁੰਦੇ ਨੇ, ਬੰਦਾ ਕਿੰਨੀ ਕਿੰਨੀ ਕਮਾਲ ਦੀ ਟ੍ਰੇਨਿੰਗ ਦੇ ਦਿੰਦਾ ਹੈ। ਸਰਕਸ ਦੇ ਵਿੱਚ ਰਹਿਣ ਵਾਲੇ ਜਾਨਵਰ ਹੁੰਦੇ ਨੇ, ਘੋੜੇ ਹੁੰਦੇ ਨੇ, ਹੋਰ ਕਿੰਨੇ ਜਾਨਵਰ ਨੇ, ਕਿੰਨੀ ਕਿੰਨੀ ਕਮਾਲ ਦੀ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਜਾਂਦੀ ਹੈ। ਪਰ ਟ੍ਰੇਨਿੰਗ ਦੇਣ ਵਾਲਾ ਕੌਣ ਹੈ? ਬੰਦਾ। ਜੇ ਬੰਦਾ ਨਾ ਹੋਵੇ ਤਾਂ ਕੀ ਟ੍ਰੇਨਿੰਗ ਲੈ ਲੈਣ? ਬੰਦੇ ਨੇ ਗਿਜਾ ਹੀ ਇੱਦਾਂ ਦਿੱਤੇ ਵੀ ਬੰਦੇ ਦੇ ਆਖੇ ਲਾ ਕੇ ਚੱਲਣ ਵਾਲੇ ਨੇ। ਭਾਈ ਗੁਰਦਾਸ ਸਾਹਿਬ ਅਗਲੀ ਪੌੜੀ ਦੇ ਵਿੱਚ ਗੱਲ ਕਰਦੇ ਨੇ ਵੀ ਮਨੁੱਖ ਜਨਮ ਤੇ ਹੋ ਗਿਆ, ਮਾਲਕ ਨੇ ਕਿਰਪਾ ਕਰਤੀ ਵੀ ਆ ਸਾਡੇ ਸਾਰਿਆਂ ਦੇ ਸਰੀਰ ਤੇ ਹੋਂਦ ਦੇ ਵਿੱਚ ਆ ਗਏ, ਇੱਦਾਂ ਹੀ ਬਾਕੀ ਜੂਨਾਂ ਪੈਦਾ ਹੋ ਗਈਆਂ। ਪਰ ਵੇਖੋ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਇਹਨਾਂ 84 ਲੱਖ ਜੂਨੀਆਂ ਦੇ ਵਿੱਚ ਇਹਨਾਂ ਸਾਰੇ ਜੀਵਾਂ ਦੇ ਵਿੱਚੋਂ ਸਭ ਤੋਂ ਉੱਤਮ ਕੀ ਹੈ? ਉੱਤਮ ਜਨਮ ਸੋ ਮਾਨਸ ਦੇਹੀ। ਆ ਜਿਹੜੀ ਮਨੁੱਖਾ ਦੇਹੀ ਹੈ ਨਾ, ਜਿਹੜੀ ਸਾਨੂੰ ਮਾਲਕ ਨੇ ਦਿੱਤੀ ਹੈ, ਜਿਹਦੇ ਵਿੱਚ ਅਸੀਂ ਬੈਠੇ ਹੋਏ ਹਾਂ, ਉਹ ਉੱਤਮ ਹੈ। ਉੱਤਮ ਇਸ ਕਰਕੇ ਹੈ, ਅੱਖੀਂ ਵੇਖਣ, ਕਰਨ ਸੁਣ, ਮੁਖ ਸ਼ੁਭ ਬੋਲਣ ਬਚਨ ਸਨੇਹੀ। ਆਪ ਜੀ ਦੇ ਅੱਗੇ ਇਹ ਵੀ ਰੱਖ ਦੇਵਾਂ, ਸਤਿਗੁਰੂ ਦੀ ਬਾਣੀ ਦਾ ਬਚਨ ਹੈ। ਹਜ਼ੂਰ ਕਹਿੰਦੇ ਨੇ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਪਨਿਹਾਰੀ ਦਾ ਮਤਲਬ ਹੁੰਦਾ ਹੈ ਪਾਣੀ ਭਰਨ ਵਾਲੀ, ਮਤਲਬ ਤੇਰੇ ਅਧੀਨ ਹੋ ਕੇ ਚੱਲਦੀ ਹੈ। ਅਸੀਂ ਪੜ੍ਹਿਆ ਹੋਵੇਗਾ, ਸੁਣਿਆ ਹੋਵੇਗਾ ਅਤੇ ਵੇਖਿਆ ਵੀ ਹੋਵੇਗਾ ਵੀ ਹਾਥੀ ਜਦੋਂ ਕਿਤੇ ਕੰਮ ਖਰਾਬ ਕਰਨ ਦੇ ਉੱਤੇ ਆਵੇ ਤਾਂ ਵੇਖੋ ਕਿੰਨਾ ਨੁਕਸਾਨ ਕਰ ਜਾਂਦਾ। ਪਰ ਉਹ ਹਾਥੀ ਜਿਹੜਾ ਹੁੰਦਾ ਨਾ, ਮੁਹਾਬਤ ਦੇ ਇੱਕ ਕੁੰਡੇ ਦੇ ਨਾਲ ਵੱਜਾ ਹੁੰਦਾ ਹੈ। ਬਸ ਉਹ ਹਾਥੀ ਨੂੰ ਬਸ ਇੱਦਾਂ ਕਮਾਂਡ ਕਰਦਾ। ਬੰਦੇ ਦੀ ਕੀ ਔਕਾਤ ਹੈ ਹਾਥੀ ਦੇ ਸਾਹਮਣੇ, ਪਰ ਵੇਖ ਲਓ ਕਿੱਦਾਂ ਕਮਾਂਡ ਕਰ ਲੈਂਦਾ। ਸ਼ੇਰ ਦੇ ਸਾਹਮਣੇ ਬੰਦਾ ਕੀ ਹੈ, ਪਰ ਬੰਦੇ ਨੇ ਵੱਸ ਦੇ ਵਿੱਚ ਕੀਤਾ ਹੋਇਆ ਹੈ। ਕਿੰਨੀਆਂ ਭਿਆਨਕ ਜਿਹੜੀਆਂ ਨੇ ਪ੍ਰਜਾਤੀਆਂ ਨੇ, ਬੰਦਾ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ। ਆ ਕਿਤੇ ਰੱਬ ਨਾ ਕਰੇ ਆ ਜਿਹੜੇ ਫਸ ਜਾਂਦੇ ਉਹਨਾਂ ਦੇ ਅੱਗੇ ਵੇਖੋ 2 ਮਿੰਟ ਨਹੀਂ ਲਾਉਂਦੇ ਅਗਲੇ। ਪਰ ਕਾਰਨ ਕੀ ਹੈ? ਬੰਦੇ ਨੇ ਸਾਰਿਆਂ ਨੂੰ ਵੱਸ ਦੇ ਵਿੱਚ ਰੱਖ ਲਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਉੱਤਮ ਜਨਮ ਸੋ ਮਾਨਸ ਦੇਹੀ। ਮਾਨਸ ਦੇਹੀ ਇਸ ਕਰਕੇ ਉੱਤਮ ਹੈ, ਉਹ ਅਸੀਂ ਪੜ੍ਹਾਂਗੇ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਮਰਦ ਕਹਿੰਦੇ ਭਾਈ ਤੇਰੀ ਸਰਦਾਰੀ ਹੈ, ਤੁਹਾਨੂੰ ਇਸ ਦੁਨੀਆ ਦਾ ਸਰਦਾਰ ਬਣਾਇਆ ਹੈ। ਕਿਉਂ ਸਰਦਾਰ ਬਣਾਇਆ? ਅੱਖੀ ਵੇਖਣ, ਅੱਖਾਂ ਦੇ ਨਾਲ ਜੀਵ ਵੇਖਦਾ ਹੈ, ਜਾਨਵਰ ਵੀ ਵੇਖਦੇ ਨੇ। ਕਰਨ ਸੁਣ, ਕੰਨਾਂ ਦੇ ਨਾਲ ਗੱਲ ਸੁਣਦੇ ਹਾਂ, ਜਾਨਵਰ ਵੀ ਸੁਣਦੇ ਨੇ। ਮੁਖ ਸ਼ੁਭ ਬੋਲਣ ਬਚਨ ਸਨੇਹੀ। ਪਰ ਕੀ ਹੈ? ਜ਼ੁਬਾਨ ਦੇ ਨਾਲ ਭਾਈ ਗੁਰਦਾਸ ਸਾਹਿਬ ਕਹਿੰਦੇ ਬੰਦਾ ਸੋਹਣੇ ਬੋਲ ਬੋਲਦਾ ਹੈ, ਇਸ ਕਰਕੇ ਇਹ ਦੇਹੀ ਜ਼ਿਆਦਾ ਚੰਗੀ ਹੈ, ਇਹ ਬਾਕੀਆਂ ਦੇ ਨਾਲੋਂ ਇਸ ਕਰਕੇ ਉੱਤਮ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਹੋਰ ਗੱਲ ਬੋਲੀ ਹੈ ਕਵਿਤਾ ਦੇ ਵਿੱਚ, ਦੇ ਵੀ ਵੇਖਣਾ ਹੋਵੇ ਤਾਂ ਪਸ਼ੂ ਅਤੇ ਮਨੁੱਖ ਦੇ ਵਿੱਚ ਫਰਕ ਕੀ ਹੈ, ਕੀ ਡਿਫਰੈਂਸ ਹੈ ਦੋਵਾਂ ਦੇ ਵਿੱਚ? ਤਾਕਤ ਪਸ਼ੂ ਦੇ ਕੋਲ ਬੰਦੇ ਨਾਲੋਂ ਜ਼ਿਆਦਾ ਹੈ, ਖਾ ਬੰਦੇ ਨਾਲੋਂ ਜ਼ਿਆਦਾ ਲੈਂਦਾ ਹੈ। ਬੰਦੇ ਦੇ ਕੋਲ ਸਿਰਫ ਇੱਕ ਚੀਜ਼ ਹੈ, ਬੰਦੇ ਨੂੰ ਰੱਬ ਨੇ ਅਕਲ ਬਖਸ਼ੀ ਹੈ। ਪਸ਼ੂ 1000 ਸਾਲ ਪਹਿਲਾਂ ਵੀ ਉਹੀ ਚਾਰਾ ਖਾ ਰਿਹਾ ਸੀ, ਅੱਜ ਵੀ ਉਹੀ ਖਾ ਰਿਹਾ। ਬੰਦਾ ਜਿਹੋ ਜਿਹਾ 1000 ਸਾਲ ਪਹਿਲਾਂ ਸੀ, ਅੱਜ ਨਹੀਂ ਹੈ ਉੱਦਾਂ ਦਾ। ਮਾਲਕ ਨੇ ਇਹਨੂੰ ਵਿਵੇਕ ਦਿੱਤਾ। ਪਸ਼ੂਆ ਮਨੁੱਖ ਦੇਹ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਸੋਂ ਵਿਵੇਕ ਅਵਿਵੇਕ ਹੈ। ਮਾਲਕ ਨੇ ਇਹਨੂੰ ਅਕਲ ਬਖਸ਼ੀ ਹੈ ਵੀ ਚੰਗਾ ਕੀ ਹੈ, ਮਾੜਾ ਕੀ ਹੈ,
ਇਹਦੀ ਸਮਝ ਰੱਖ ਲੈ। ਹਾਲਾਂਕਿ ਇਹ ਨਹੀਂ ਕਹਿ ਸਕਦੇ ਕਿ ਜਾਨਵਰ ਬਿਲਕੁਲ ਹੀ ਨਿਕੰਮੇ ਹੁੰਦੇ ਨੇ, ਕੁਝ ਨਹੀਂ ਪਤਾ, ਬੜੇ ਸਮਝਦਾਰ ਹੁੰਦੇ ਨੇ। ਪਰ ਇੱਦਾਂ ਨਹੀਂ ਵੀ ਇਹ ਕਹਿ ਲਈਏ ਵੀ ਬੜੀ ਡਿਵੈਲਪਮੈਂਟ ਹੋ ਗਈ ਉਹਨਾਂ ਦੇ ਵਿੱਚ, ਉਹ ਜ਼ਿਆਦਾ ਡਿਵੈਲਪਮੈਂਟ ਨਹੀਂ ਹੈ, ਕੁਝ ਕੁ % ਡਿਵੈਲਪਮੈਂਟ ਹੈ, ਸਾਰੀ ਨਹੀਂ ਹੈ। ਜੰਗਲਾਂ ਦੇ ਵਿੱਚ ਰਹਿਣ ਵਾਲਿਆਂ ਦੇ ਵਿੱਚ ਤਾਂ ਉਦੋਂ ਤੋਂ ਵੀ ਪਿੱਛੇ ਦੀ ਹੈ। ਮੁੱਖ ਚੰਗੇ ਬੋਲ ਬੋਲਦਾ ਹੈ, ਸਾਨੂੰ ਇਸ ਕਰਕੇ ਮਾਲਕ ਨੇ ਬਾਕੀਆਂ ਦੇ ਨਾਲੋਂ ਉੱਚਾ ਰੱਖ ਦਿੱਤਾ ਹੈ। ਜਾਨਵਰ ਵੀ ਵੇਖਦੇ ਨੇ, ਬਾਜ ਦੀ ਨਿਗਾਹ ਸਾਡੇ ਨਾਲੋਂ ਕਿਤੇ ਜ਼ਿਆਦਾ ਤੇਜ਼ ਹੈ, ਪਰ ਕੀ ਹੈ, ਫਿਰ ਵੀ ਬੰਦੇ ਨੇ ਉਸ ਬਾਜ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ। ਚੀਤਾ ਬੰਦੇ ਨਾਲੋਂ ਕਿਤੇ ਜ਼ਿਆਦਾ ਤੇਜ਼ ਦੌੜ ਲੈਂਦਾ, ਬੰਦਾ ਫਿਰ ਵੀ ਵੱਸ ਦੇ ਵਿੱਚ ਕਰ ਲੈਂਦਾ ਹੈ। ਉਹਦਾ ਕਾਰਨ ਹੈ ਸਭ ਤੋਂ ਵੱਡਾ, ਮਾਲਕ ਨੇ ਅਕਲ ਪਾਈ ਹੈ ਇਹਦੇ ਅੰਦਰ, ਜਿਹਨੂੰ ਕਹਿੰਦੇ ਨੇ ਮੁੱਖ ਸ਼ੁਭ ਬੋਲਣ ਬਚਨ ਸਨੇਹੀ, ਹੱਥੀਂ ਕਾਰ ਕਮਾਵਣੀ। ਹੱਥਾਂ ਦੇ ਨਾਲ ਇਹ ਬੰਦਾ ਕਿਰਤ ਕਰਦਾ ਹੈ, ਕੰਮ ਕਾਰ ਕਰਦਾ ਹੈ। ਇੱਦਾਂ ਹੋਵੇ ਕਿ ਭਾਈ ਇਹ ਕੰਮ ਸਾਨੂੰ ਕਰਨਾ ਵੀ ਚਾਹੀਦਾ ਹੈ, ਇਹ ਨਹੀਂ ਵੀ ਵਿਹਲਿਆਂ ਵਾਲਾ ਕੰਮ ਹੋ ਜਾਵੇ। ਹੱਥੀਂ ਕਿਰਤ ਦੋ ਤਰੀਕਿਆਂ ਦੀ ਹੁੰਦੀ ਹੈ। ਪੁਰਾਣੇ ਸਮੇਂ ਦੇ ਵਿੱਚ ਹਾਰਡਵਰਕ ਨੂੰ ਹੱਥੀਂ ਕਿਰਤ ਮੰਨਿਆ ਜਾਂਦਾ ਹੁੰਦਾ ਸੀ, ਮਤਲਬ ਕਿਉਂਕਿ ਉਦੋਂ ਇਹੋ ਜਿਹੇ ਦਿਮਾਗੀ ਕੰਮ ਨਹੀਂ ਸੀ ਨਾ ਹੁੰਦੇ। ਹੁਣ ਜਿਹੜੇ ਬੰਦੇ ਦਾ ਸਾਰਾ ਦਿਨ ਚੇਅਰ ਦੇ ਉੱਤੇ ਕੀਪੈਡ ਦੇ ਅੱਗੇ ਨਿਕਲਦਾ ਹੈ, ਭਾਈ ਉਹਦੇ ਵੀ ਤਾਂ ਹੱਥ ਹੀ ਚੱਲਦੇ ਪਏ ਨੇ, ਉਹ ਵੀ ਹੱਥੀਂ ਕਿਰਤ ਹੀ ਕਰਦਾ ਪਿਆ ਹੈ, ਉਹ ਵੀ ਹੱਥੀਂ ਕਾਰ ਹੈ। ਹੱਥੀਂ ਕਾਰ ਦਾ ਮਤਲਬ ਇਹ ਨਹੀਂ ਹੁੰਦਾ ਵੀ ਬੜਾ ਪਸੀਨਾ ਬੰਦੇ ਨੇ ਵਹਾਤਾ ਹੈ ਤਾਂ ਫਿਰ ਬੜੇ ਕਮਾਲ ਦੀ ਗੱਲ ਹੋ ਗਈ, ਅਤੇ ਦੂਜੇ ਪਾਸੇ ਜਿਹੜਾ ਬੰਦਾ ਆਫਿਸ ਦੇ ਵਿੱਚ ਬੈਠਾ ਸੀ ਉਹਦਾ ਪਸੀਨਾ ਨਹੀਂ ਨਿਕਲਿਆ ਅਤੇ ਅਸੀਂ ਕਹੀਏ ਵੀ ਇਹ ਤਾਂ ਕੰਮ ਹੀ ਨਹੀਂ ਕਰਦੇ। ਨਹੀਂ, ਉੱਥੇ ਦਿਮਾਗ ਖਰਚ ਹੋ ਰਿਹਾ ਹੈ, ਉੱਥੇ ਹੋਰ ਗੱਲ ਹੈ। ਹਰ ਇੱਕ ਬੰਦਾ ਆਪਣਾ ਸਮਾਂ ਦੇ ਰਿਹਾ ਹੈ ਕਿਰਤ ਨੂੰ। ਮੇਨ ਗੱਲ ਹੈ ਵੀ ਕਿਰਤ ਕਰਦਾ ਹੈ। ਹੱਥੀਂ ਕਿਰਤ ਕਮਾਵਣੀ, ਪੈਰੀਂ ਚੱਲ ਸਤ ਸੰਗ ਮਿਲੇ ਹੀ। ਇਹ ਦੇਹੀ ਤਾਂ ਸਫਲ ਹੈ ਜੇ ਬੰਦਾ ਹੱਥ ਦੇ ਨਾਲ ਮਿਹਨਤ ਕਰੇ, ਵਿਹਲਾ ਨਾ ਹੋਵੇ, ਹੱਥ ਵਿਹਲੇ ਨਾ ਹੋਣ। ਸਾਡੇ ਪੁਰਾਤਨ ਜਿਹੜੇ ਸਾਧੂ ਹੁੰਦੇ ਸੀ, ਸੇਵਾ ਪੰਥੀ ਸਾਧੂ, ਮਹਾਰਾਜ ਤੰਦਰੁਸਤੀਆਂ ਦੇਵੇ, ਉਹਨਾਂ ਦੇ ਬਾਰੇ ਮੈਂ ਪੜ੍ਹਦਾ ਪਿਆ ਸੀ। ਹੁਣ ਤਾਂ ਚਲੋ ਸਾਡੇ ਕੋਲ ਸਮਾਂ ਹੈ, ਫਿਰ ਵੀ ਸਾਡੇ ਹੱਥ ਵਿਹਲੇ ਰਹਿੰਦੇ ਤੇ ਨਹੀਂ ਨੇ, ਸਾਨੂੰ ਵੀ ਪਤਾ ਸਾਡੇ ਹੱਥ ਵਿਹਲੇ ਨਹੀਂ ਰਹਿੰਦੇ। ਸਮਿਤ ਮੇਰੇ ਵੱਲ ਵੀ ਵੇਖ ਲਿਓ ਕਦੀ, ਇਹ ਨਹੀਂ ਵਿਹਲੇ ਰਹਿੰਦੇ। ਪਰ ਕੀ ਹੁੰਦਾ ਹੈ, ਉਹ ਕੀ ਕਰਦੇ ਹੁੰਦੇ ਸੀ ਵੀ ਜੇ ਉਹਨਾਂ ਸਾਧੂਆਂ ਦੇ ਵਿੱਚ ਕੋਈ ਕਥਾ ਕਰਨ ਵਾਲਾ ਬੈਠਾ ਹੁੰਦਾ ਸੀ, ਪਹਿਲੀ ਗੱਲ ਤਾਂ ਸਾਧੂ ਹੀ ਕਥਾ ਕਰਦਾ ਸੀ, ਅਤੇ ਉਹ ਜਿੰਨੇ ਜਾਣੇ ਅੱਗੇ ਬੈਠੇ ਹੁੰਦੇ ਸੀ ਨਾ, ਉਹਨਾਂ ਨੇ ਜੇ ਹੁਣ ਇਹਨੂੰ ਸ਼ੁਰੂ ਨਾ ਕਰ ਲਿਓ, ਮਾਫ਼ ਕਰਨਾ, ਜੇ ਹੁਣ ਸ਼ੁਰੂ ਹੋ ਗਿਆ ਤਾਂ ਦਿੱਕਤ ਹੋ ਜਾਵੇਗੀ, ਕਿਉਂਕਿ ਡਿਸਟਰਬੈਂਸ ਬਹੁਤ ਹੁੰਦੀ ਹੈ। ਉਹ ਪਾਸੇ ਛੱਡ ਦਿੱਤੇ ਨੇ ਅਸੀਂ। ਉਹ ਸਾਣ ਵੱਟਦੇ ਰਹਿੰਦੇ ਹੁੰਦੇ ਸੀ, ਵਾਣ ਵੱਟਦੇ ਰਹਿੰਦੇ ਸੀ, ਜਿੱਦਾਂ ਮੰਜੀਆਂ ਨੂੰ ਵਾਣ ਦੀਆਂ ਮੰਜੀਆਂ ਹੁੰਦੀਆਂ ਸੀ, ਹੁਣ ਤਾਂ ਸਿਸਟਮ ਹੀ ਖਤਮ ਹੋ ਗਿਆ ਨਾ। ਅਤੇ ਉਹਨਾਂ ਨੇ ਕੀ ਕਰਨਾ ਕਿ ਵਾਣ ਵੱਟਦੇ ਰਹਿਣਾ, ਸਾਰਾ ਦਿਨ ਵਾਹਿਗੁਰੂ ਵਾਹਿਗੁਰੂ, ਸਾਰਾ ਦਿਨ ਬਾਣੀ ਪੜ੍ਹਦੇ ਰਹਿਣਾ, ਅਤੇ ਨਾਲ ਉਹਨਾਂ ਨੇ ਹੱਥੀਂ ਕੰਮ ਕਰਦੇ ਰਹਿਣਾ। ਵੀ ਉਹ ਕੋਈ ਵੀ ਕੰਮ ਉਹਨਾਂ ਨੂੰ ਲੱਗ ਗਿਆ ਨਾ ਵੀ ਆਹ ਕੰਮ ਕਰਨਾ ਜ਼ਰੂਰੀ ਹੈ, ਉਹ ਵਾਣ ਵੱਟ ਕੇ ਅਤੇ ਉਹਨਾਂ ਨੇ ਵੇਚਣਾ ਮਾਰਕੀਟ ਦੇ ਵਿੱਚ, ਬਾਜ਼ਾਰ ਦੇ ਵਿੱਚ, ਅਤੇ ਜੋ ਪੈਸੇ ਮਿਲਣੇ ਉਹਦੇ ਉਹਨਾਂ ਨੇ ਆਪਣੇ ਲਈ, ਆਪਣੇ ਉੱਤੇ ਖਰਚ ਕਰ ਦੇਣਾ। ਧਰਮਸ਼ਾਲਾ ਦੇ ਵਿੱਚ ਬੈਠੇ ਰਹਿਣਾ ਅਤੇ ਕੰਮ ਕਰਦੇ ਰਹਿਣਾ, ਆਪਣੀ ਕਿਰਤ ਵੀ ਕਰੀ ਜਾਣੀ, ਨਾਲ ਉਹਨਾਂ ਨੇ ਬੰਦਗੀ ਕਰੀ ਜਾਣੀ। ਉਹ ਕੀ ਸੀ, ਉਹਨਾਂ ਦਾ ਖਿਆਲ ਸੀ ਵੀ ਹੱਥ ਵਿਹਲੇ ਨਹੀਂ ਰਹਿਣੇ ਚਾਹੀਦੇ। ਜੇ ਹੱਥ ਵਿਹਲੇ ਰਹਿ ਗਏ ਨਾ ਤਾਂ ਇਹ ਗਲਤ ਪਾਸੇ ਜਾਣਗੇ। ਉਹ ਹੱਥ ਨਹੀਂ ਸੀ ਵਿਹਲੇ ਰਹਿਣ ਦਿੰਦੇ। ਚਲੋ ਬੜੀ ਕਿਰਪਾ ਹੈ, ਅੱਜ ਕੱਲ੍ਹ ਤਾਂ ਮਹਾਰਾਜ ਨੇ ਸਾਨੂੰ ਮੋਬਾਇਲ ਦੇ ਦਿੱਤੇ ਨੇ, ਹੱਥ ਵਿਹਲੇ ਰਹਿਣ ਹੀ ਨਹੀਂ ਦਿੰਦੇ ਆਪਾਂ, ਪਰ ਉਹਨਾਂ ਹੱਥਾਂ ਨੂੰ ਵਰਤ ਕਿਹੜੇ ਪਾਸੇ ਰਹੇ ਹਾਂ, ਇਹ ਵੀ ਬੜੇ ਕਮਾਲ ਦੀ ਗੱਲ ਹੈ। ਹੱਥ ਤੇ ਵਿਹਲੇ ਸਾਡੇ ਹੈ ਹੀ ਨਹੀਂ। ਹੱਥ 2 ਮਿੰਟ ਵਿਹਲੇ ਹੋਣ 'ਤੇ ਸਾਨੂੰ ਲੱਗਦਾ ਵੀ ਹੈ ਹੱਥ ਦੇ ਵਿੱਚ ਕੁਝ ਫੜਿਆ ਹੀ ਨਹੀਂ, ਉਸੇ ਵੇਲੇ ਮੋਬਾਇਲ ਫੜ ਲਓ। ਇੱਕ ਬੜੀ, ਮਾਫ਼ ਕਰਨਾ ਇਹ ਥੋੜ੍ਹਾ ਜਿਹਾ ਔਖਾ ਲੱਗੇਗਾ, ਪਰ ਹੈ ਤਾਂ ਇੱਦਾਂ ਹੀ ਹੈ ਨਾ, ਹੱਥ ਵਿਹਲੇ ਨਹੀਂ ਰਹਿਣਾ ਚਾਹੁੰਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਰੱਬ ਨੇ ਇਹ ਖੇਡ ਪਾ ਦਿੱਤੀ ਵੀ ਹੱਥ ਵਿਹਲੇ ਨਾ ਰਹਿਣ, ਅਤੇ ਹੱਥਾਂ ਦੇ ਨਾਲ ਕਿਰਤ ਕਰੋ ਨਾ, ਕਮਾਈ ਕਰੋ, ਇਹਨਾਂ ਨੂੰ ਵਿਹਲੇ ਕਿਉਂ ਰਹਿਣ ਦਿੰਦੇ ਜੇ। ਹੱਥੀਂ ਕਾਰ ਕਮਾਵਣੀ, ਪੈਰੀਂ ਚੱਲ ਸਤ ਸੰਗ ਮਿਲੇ ਹੀ। ਪੈਰਾਂ ਦੇ ਨਾਲ ਤੁਰ ਕੇ ਅਤੇ ਸੰਗਤ ਦੇ ਵਿੱਚ ਆਵੇ, ਫਿਰ ਇਹ ਪੈਰ ਸਕਾਰਥੇ ਨੇ, ਫਿਰ ਇਹ ਪੈਰ ਕਿਸੇ ਪਾਸੇ ਲੱਗ ਸਕਦੇ ਨੇ। ਐਵੇਂ ਥੋੜ੍ਹਾ ਵੀ ਬੰਦਾ ਸਾਰਿਆਂ ਦੇ ਨਾਲ ਠੱਗੀ ਮਾਰਦਾ ਫਿਰੇ ਅਤੇ ਕਵੇ ਜੀ ਮਨੁੱਖਾ ਦੇਹੀ ਬੜੀ ਉੱਤਮ ਹੈ, ਇੱਦਾਂ ਉੱਤਮ ਨਹੀਂ ਹੈ, ਇੱਦਾਂ ਤਾਂ ਬਿਲਕੁਲ ਨਿਕੰਮੀ ਹੈ। ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਤਿਸੇ ਨਾ ਜਾਣੇ ਜਿਨ ਇਹ ਸਿਰੀ। ਮਰਦ ਕਹਿੰਦੇ ਜੇ ਜਿਸ ਰੱਬ ਨੇ ਇਹ ਸਿਰਜੀ ਹੈ ਨਾ ਦੇਹੀ, ਉਹਨੂੰ ਨਹੀਂ ਜਾਣਦੀ ਤਾਂ ਸਮਝ ਲਓ ਪਸ਼ੂ ਤੋਂ ਵੀ ਬੁਰੀ ਹੈ ਅਤੇ ਪ੍ਰੇਤ ਤੋਂ ਵੀ ਬੁਰੀ ਹੈ। ਬੰਦਾ ਕਹੀ ਜਾਵੇ ਜੀ ਜੋਤ ਮਨੁੱਖ ਹੈ ਅਤੇ ਮਨੁੱਖ ਹੀ ਹੈ, ਇਹ ਮਹਾਰਾਜ ਦੀ ਬਾਣੀ ਦਾ ਬੋਲ ਹੈ। ਹਜ਼ੂਰ ਕਹਿੰਦੇ ਨੇ ਭਾਈ ਮਾਲਕ ਨੇ ਕਿਰਪਾ ਕੀਤੀ, ਹੱਥੀਂ ਕਾਰ ਕਮਾਵਣੀ, ਹੱਥਾਂ ਦੇ ਨਾਲ ਸੋਹਣੀ ਕਿਰਤ ਕਰੇ, ਮਿਹਨਤ ਦੀ ਕਮਾਈ ਕਰੇ, ਪੈਰੀਂ ਚੱਲ ਸਤ ਸੰਗ ਮਿਲੇ ਹੀ। ਪੈਰਾਂ ਦੇ ਨਾਲ ਚੱਲ ਕੇ ਸੰਗਤ ਦੇ ਵਿੱਚ ਮਿਲੇ, ਫਿਰ ਕਿਰਤ ਵਿਰਤ ਕਰ ਧਰਮ ਦੀ, ਖੱਟ ਖਵਾਲਣ ਕਾਰ ਕਰੇ ਹੀ। ਭਾਈ ਧਰਮ ਦੀ ਕਿਰਤ ਕਰੇ, ਇਮਾਨਦਾਰੀ ਦੀ ਕਿਰਤ ਕਰੇ, ਜੋ ਵੀ ਕਮਾਵੇ ਲਿਮਿਟ ਕਿਤੇ ਨਹੀਂ ਹੈ, ਵੱਧ ਵੀ ਕਮਾ ਲਵੇ ਕੋਈ ਨਹੀਂ, ਸਮਾਂ ਬਦਲੇ ਕਿਤੇ ਥੋੜ੍ਹਾ ਵੀ ਕਮਾਇਆ ਜਾਵੇ, ਕੋਈ ਰੋਕ ਨਹੀਂ ਵੀ ਵੱਧ ਹੀ ਕਮਾਉਣਾ ਹੈ ਜਾਂ ਘੱਟ ਹੀ ਕਮਾਉਣਾ ਹੈ, ਲਿਮਿਟ ਨਹੀਂ ਹੈ ਕਿਤੇ, ਪਰ ਹੋਵੇ ਧਰਮ ਦੀ। ਮੈਂ ਇਮਾਨਦਾਰੀ ਦੇ ਨਾਲ ਇਹ ਗੱਲ ਨੂੰ ਕਹਿ ਸਕਦਾ ਹਾਂ ਵੀ ਆਹ ਜੋ ਮੈਂ ਕਮਾਇਆ ਹੈ ਨਾ ਵਾਕਿਆ ਹੀ ਮੇਰਾ ਹੈ, ਇਹਦੇ ਵਿੱਚ ਕਿਸੇ ਹੋਰ ਦਾ ਖੂਨ ਨਹੀਂ ਹੈ,
ਇਹਦੇ ਵਿੱਚ ਕਿਸੇ ਹੋਰ ਦਾ ਨਹੀਂ ਹੈ, ਮੇਰਾ ਆਪਣਾ ਕਮਾਇਆ ਹੋਇਆ ਹੈ। ਉਹਨੂੰ ਕਹਿੰਦੇ ਨੇ ਕਿਰਤ ਵਿਰਤ ਕਰ ਧਰਮ ਦੀ। ਬਿਰਤੀ ਵੀ ਧਰਮ ਦੀ ਹੋਵੇ ਅਤੇ ਕਿਰਤ ਵੀ ਧਰਮ ਦੀ ਹੋਵੇ। ਖੱਟ ਖਵਾਲਣ ਕਾਰ ਕਰੇ ਹੀ, ਆਪ ਖੱਟ ਕੇ ਅਤੇ ਦੂਜਿਆਂ ਦੇ ਵਿੱਚ ਵੰਡਣ ਦੀ ਕਾਰ ਕਰਦੇ ਹੋਣ, ਉਹਨਾਂ ਦਾ ਜਨਮ ਚੰਗਾ ਹੈ, ਉਹ ਮਨੁੱਖਾਂ ਦੇ ਹੀ ਚੰਗੀ ਹੈ। ਇਹ ਖਿਆਲ ਵਾਰ-ਵਾਰ ਆਵੇਗਾ, ਅਸੀਂ ਅੱਗੇ ਡਿਟੇਲ ਦੇ ਨਾਲ ਵਿਚਾਰਾਂਗੇ। ਗੁਰਮੁਖ ਜਨਮ ਸਕਾਰਥਾ, ਗੁਰਬਾਣੀ ਪੜ੍ਹ ਸਮਝ ਸੁਣੇ ਹੀ। ਗੁਰਮੁਖਾਂ ਦਾ ਜਨਮ ਤਾਂ ਸਕਾਰਥਾ ਹੁੰਦਾ ਹੈ, ਮਨੁੱਖਾ ਜੂਨ ਦੇ ਵਿੱਚ ਆ ਕੇ ਜਨਮ ਲੈ ਕੇ ਤਾਂ ਸਫਲ ਹੁੰਦਾ ਹੈ ਜੇ ਗੁਰਬਾਣੀ ਪੜ੍ਹ। ਪਹਿਲਾਂ ਤਾਂ ਗੁਰਬਾਣੀ ਨੂੰ ਆਪ ਪੜ੍ਹਦੇ ਨੇ, ਪੜ੍ਹ ਕੇ ਸਮਝ ਸੁਣੇ ਹੀ। ਪਹਿਲਾਂ ਸਮਝਦੇ ਨੇ ਪੜ੍ਹ ਕੇ, ਪਹਿਲਾਂ ਪੜ੍ਹਨਾ ਹੈ ਫਿਰ ਉਹਨੂੰ ਸਮਝਣਾ ਹੈ, ਅਤੇ ਸਮਝ ਕੇ ਫਿਰ ਕੀ ਕਰਦੇ ਨੇ? ਮਹਾਰਾਜ ਕਹਿੰਦੇ ਨੇ ਭਾਈ ਇਸ ਬਾਣੀ ਨੂੰ ਹੋਰਨਾਂ ਨੂੰ ਵੀ ਸੁਣਾਉਂਦੇ ਨੇ। ਇਹ ਨਹੀਂ ਵੀ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਕਿਉਂ ਕਿਸੇ ਨੂੰ ਦੱਸਾਂ, ਨਹੀਂ, ਹੋਰਨਾਂ ਨੂੰ ਵੀ ਸੁਣਾਉਂਦੇ ਨੇ। ਗੁਰਬਾਣੀ ਪੜ੍ਹ ਸਮਝ ਸੁਣੇ ਹੀ। ਫਿਰ ਵੇਖੋ, ਗੁਰ ਭਾਈ ਸੰਤੁਸ਼ਟ ਕਰ। ਗੁਰ ਭਾਈ ਕੀ ਹੋ ਗਏ? ਇੱਕ ਤਾਂ ਉਹ ਭਾਈ ਨੇ ਜਿਹੜੇ ਸਾਡੇ ਕਿਨਸ਼ਿਪ ਹੁੰਦੀ ਆ, ਸਾਡਾ ਖੂਨੀ ਰਿਸ਼ਤਾ ਹੁੰਦਾ ਜਿਨ੍ਹਾਂ ਦੇ ਨਾਲ। ਇੱਕ ਹੁੰਦੇ ਨੇ ਗੁਰ ਭਾਈ, ਜਿੱਦਾਂ ਅਸੀਂ ਸਾਰੇ ਬੈਠੇ ਹਾਂ ਇੱਥੇ, ਭਾਵੇਂ ਕੋਈ ਉਮਰ ਦੇ ਵਿੱਚ ਵੱਡਾ ਅਤੇ ਭਾਵੇਂ ਕੋਈ ਛੋਟਾ ਹੈ, ਭਾਵੇਂ ਕੋਈ ਕਿਸੇ ਵੀ ਰਿਸ਼ਤੇ ਦੇ ਵਿੱਚ ਬੈਠਾ ਹੋਇਆ ਹੈ, ਇੱਥੇ ਸਾਰੇ ਅਸੀਂ ਭੈਣ ਭਰਾ ਹੀ ਬੈਠੇ ਹੋਏ ਹਾਂ। ਮਹਾਰਾਜ ਜੀ ਦੀ ਬਾਣੀ ਦਾ ਇੱਕ ਬਚਨ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਗੁਰਹਾਈ ਦਾ ਮਤਲਬ ਹੁੰਦਾ ਹੈ ਗੁਰ ਭਾਈ। ਗੁਰ ਭਾਈ ਦਾ ਮਤਲਬ ਕੀ ਹੋ ਗਿਆ? ਵੀ ਸਾਡਾ ਗੁਰੂ ਸਾਂਝਾ ਹੈ। ਗੁਰੂ ਨਾਨਕ ਸਾਡੇ ਸਾਰਿਆਂ ਦਾ ਗੁਰੂ ਹੈ, ਇਸ ਕਰਕੇ ਅਸੀਂ ਸਾਰੇ ਹੀ ਭੈਣ ਭਰਾ ਹੋ ਗਏ। ਇੱਕ ਬਚਨ ਜਦੋਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ਅਤੇ 5 ਪਿਆਰਿਆਂ ਦੇ ਵੱਲੋਂ ਬੋਲਿਆ ਜਾਂਦਾ ਹੈ, ਉਹ ਬੋਲ ਇਹ ਹੁੰਦਾ ਹੈ ਵੀ ਅੱਜ ਤੋਂ ਤੁਹਾਡਾ ਪਿਤਾ, ਜਿਨ੍ਹਾਂ ਨੇ ਵੀ ਅੰਮ੍ਰਿਤ ਛਕਣਾ ਹੁੰਦਾ ਹੈ, ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਮਾਤਾ ਤੁਹਾਡੀ ਮਾਤਾ ਸਾਹਿਬ ਕੌਰ, ਅਤੇ ਵਾਸੀ ਤੁਸੀਂ ਅਨੰਦਪੁਰ ਸਾਹਿਬ ਦੇ ਹੋ ਗਏ। ਹੁਣ ਘਰ ਤਾਂ ਸਾਡਾ ਉਹੀ ਹੈ, ਕੋਈ ਦਿੱਲੀ ਦਾ ਰਹਿਣ ਵਾਲਾ, ਕੋਈ ਪੰਜਾਬ ਦਾ ਰਹਿਣ ਵਾਲਾ ਹੈ। ਮਤਲਬ ਕੀ ਹੋ ਗਿਆ? ਵੀ ਅਸੀਂ ਇੱਕ ਹੋ ਗਏ। ਉਹਨਾਂ ਨੂੰ ਕਿਹਾ ਜਾਂਦਾ ਹੈ ਗੁਰ ਭਾਈ, ਸਾਡਾ ਗੁਰੂ ਇੱਕ, ਸਾਰੇ ਅਸੀਂ ਭਰਾ ਹੋ ਗਏ। ਗੁਰ ਭਾਈ ਸੰਤੁਸ਼ਟ ਕਰ। ਭਾਈ ਜਿਹੜਾ ਇਹ ਜੀਵਨ ਤਾਂ ਸਫਲ ਹੈ ਜੇ ਗੁਰ ਭਾਈਆਂ ਦੀ, ਉਹਨਾਂ ਦੀ ਸੇਵਾ ਇੱਦਾਂ ਕਰੀਏ ਵੀ ਉਹਨਾਂ ਨੂੰ ਸੰਤੁਸ਼ਟੀ ਹੋ ਜਾਵੇ, ਉਹਨਾਂ ਦੀ ਸੇਵਾ ਕਰਨ ਦਾ ਖਿਆਲ ਸਾਡੇ ਵਿੱਚ ਹੋਵੇ। ਚਰਣਾ ਮਿਤ ਲੈ ਮੁਖ ਪਵੇ ਹੀ। ਚਰਣਾ ਅੰਮ੍ਰਿਤ ਮਤਲਬ ਨਿਮਰਤਾ ਦੇ ਵਿੱਚ ਆ ਕੇ ਉਹਨਾਂ ਦੀ ਸੇਵਾ ਕਰਨੀ ਹੈ। ਹਜ਼ੂਰ ਕਹਿੰਦੇ ਨੇ ਭਾਈ ਗੁਰਦਾਸ ਸਾਹਿਬ ਜੀ, ਪੈਰੀ ਪਵਨ ਨਾ ਛੋਡੀਏ, ਕਲੀ ਕਾਲ ਰਹਿਰਾਸ ਕਰੇ ਹੀ। ਇਸ ਸਮੇਂ ਦਾ ਮਨੁੱਖਾ ਜਨਮ ਨੂੰ ਪਾਰ ਕਰਨ ਦਾ ਸਭ ਤੋਂ ਉੱਤਮ ਤਰੀਕਾ ਕੀ ਹੈ? ਜੋ ਗੁਰਮਤਿ ਦਾ ਤਰੀਕਾ ਹੈ, ਪੈਰੀ ਪਵਨ ਨਾ ਛੋਡੀਏ। ਉਹ ਕਹਿੰਦੇ ਭਾਈ ਪੈਰੀ ਪੈਣਾ ਨਾ ਛੱਡੋ। ਮਤਲਬ ਕੀ ਹੈ? ਨਿਮਰਤਾ ਨਾ ਛੱਡੋ, ਨਿਮਰ ਰਹਿਣਾ ਸਿੱਖੋ। ਗੁਰਮਤਿ ਦਾ ਇਹੀ ਸਭ ਤੋਂ ਵੱਡਾ ਅਤੇ ਬੇਸਿਕ ਇੱਕ ਸਿਧਾਂਤ ਹੈ ਭਾਈ, ਨਿਮਰ ਰਹਿਣਾ ਹੈ। ਕਲੀ ਕਾਲ ਦਾ ਮਤਲਬ ਹੈ ਆਹ ਸਮਾਂ। ਇਸ ਸਮੇਂ ਦੀ ਪੂੰਜੀ ਇਹੀ ਹੈ ਵੀ ਪੈਰੀ ਪੈਣਾ ਨਾ ਛੱਡੋ। ਆਪ ਤਰੇ ਗੁਰਸਿੱਖ ਤਰੇ ਹੀ। ਜਿਹੜੇ ਆਪ ਤਰਦੇ ਨੇ, ਮਤਲਬ ਆਪ ਇਸ ਜੀਵਨ ਨੂੰ ਜੀਂਦੇ ਨੇ, ਵੀ ਹੱਥਾਂ ਦੇ ਨਾਲ ਸੋਹਣੀ ਕਿਰਤ ਕਰਦੇ ਨੇ, ਪੈਰਾਂ ਦੇ ਨਾਲ ਚੰਗੀਆਂ ਥਾਵਾਂ ਦੇ ਉੱਤੇ ਸੰਗਤ ਵੱਲ ਜਾਂਦੇ ਨੇ, ਗੁਰਸਿੱਖਾਂ ਨੂੰ ਵੰਡਦੇ ਨੇ, ਉਹਨਾਂ ਦੀ ਸੇਵਾ ਕਰਦੇ ਨੇ। ਆਪ ਤਰੇ, ਆਪ ਤਰ ਜਾਂਦੇ ਨੇ, ਗੁਰਸਿੱਖ ਤੇਰੇ ਹੀ। ਹੋਰ ਜਿਹੜੇ ਗੁਰਸਿੱਖ ਉਹਨਾਂ ਦੀ ਸੰਗਤ ਦੇ ਵਿੱਚ ਆਉਂਦੇ ਨੇ, ਉਹ ਵੀ ਪਾਰ ਹੋ ਜਾਂਦੇ ਨੇ। ਗੁਰੂ ਬਖਸ਼ਿਸ਼ ਦੇ ਸਦਕਾ ਇਹ 2 ਪੌੜੀਆਂ ਅਸੀਂ ਹੋਰ ਵਿਚਾਰੀਆਂ ਨੇ। ਮਹਾਰਾਜ ਕਿਰਪਾ ਕਰਨ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।